ਇੱਕ ਓੰਕਾਰ ਸਤ ਗੁਰ ਪ੍ਰਸਾਦ। ਤੁਖਾਰੀ ਸ਼ੰਤ ਮਹਲਾ ਪਹਿਲਾ। 12 ਮਾਹਾ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ। ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ। ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ। ਹਰ ਰਚਨਾ ਤੇਰੀ ਕਿਆ ਗਤ ਮੇਰੀ। ਹਰ ਬਿਨ ਘੜੀ ਨਾ ਜੀਵਾ। ਬੇਬਾਜ ਦੁਹੇਲੀ ਕੋਏ ਨਾ ਬੇਲੀ। ਗੁਰਮੁਖ ਅੰਮ੍ਰਿਤ ਪੀਵਾ। ਰਚਨਾ ਰਾਜ ਰਹੇ ਨਿਰੰਕਾਰੀ। ਪ੍ਰਭ ਮਨ ਕਰਮ ਸੁਕਰਮਾ। ਨਾਨਕ ਪੰਥ ਨਿਹਾਲੇ ਸਾਧਨ। ਤੂੰ ਸੁਣ ਆਤਮ ਰਾਮਾ। ਬਾਬੀਹਾ ਪਿਓ ਬੋਲੇ ਕੋਕਿਲ ਬਾਣੀਆਂ। ਸਾਧਨ ਸਭ ਰਸ ਚੋਲੇ ਅੰਕ ਸਮਾਣੀਆਂ। ਹਰ ਅੰਕ ਸਮਾਣੀ ਜਾਂ ਪ੍ਰਭ ਭਾਣੀ। ਸਾਸੋ ਹਗਣ ਨਾਰੀ ਨਾਮ ਘਰ ਥਾਪ। ਮਹਿਲ ਘਰ ਊਚੋ ਨਿਜ ਘਰ ਵਾਸ ਮੁਰਾਰੇ। ਸਭ ਤੇਰੀ ਤੂੰ ਮੇਰਾ ਪ੍ਰੀਤਮ। ਨਿਸਬਾ ਸੁਰ ਰੰਗ ਰਾਵੈ। ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ। ਕੋਕਿਲ ਸ਼ਬਦ ਸੁਹਾਵੈ। ਪਹਿਲੇ 4 ਜੋ ਬੰਦ ਹਨ ਇਸ ਸ਼ਬਦ ਦੇ, ਇਸ ਪਾਵਨ ਬਾਣੀ ਦੇ, ਉਹਨਾਂ ਵਿੱਚ ਸਤਿਗੁਰੂ ਜੀ ਮੁੱਢ ਬੰਨ੍ਹਦੇ ਹਨ, ਆਪਣੇ ਉਪਦੇਸ਼ ਨੂੰ ਆਰੰਭ ਕਰਦੇ ਹਨ। ਫਿਰ ਚੇਤ ਵੈਸਾਖ ਤੋਂ ਲੈ ਕੇ ਫਲਗੁਣ ਤੱਕ 12 ਮਹੀਨਿਆਂ ਦਾ ਸੰਕੇਤ ਵਰਤ ਕੇ ਸਤਿਗੁਰੂ ਜੀ ਆਪਣਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਫਿਰ ਇੱਕ ਬੰਦ ਇਸ ਬਾਣੀ ਦਾ ਅਖੀਰ ਉੱਤੇ ਸਤਿਗੁਰੂ ਜੀ ਸਮਾਪਤੀ ਉੱਤੇ ਵਰਤਦੇ ਨੇ। ਕੁੱਲ ਇਸ ਦੇ 17 ਬੰਦ ਹਨ। 12 ਮਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਨੇ। ਇੱਕ ਇਹ ਜਿਸ ਦੀ ਆਪਾਂ ਵਿਚਾਰ ਆਰੰਭ ਕਰ ਰਹੇ ਹਾਂ। ਦੂਸਰਾ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਮਾਝ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਨਾ ਨੰਬਰ 133 ਉੱਤੇ ਸੁਭਾਈਮਾਨ ਹੈ। ਇਸ ਵਿੱਚ ਜਾਣਨ ਵਾਲੀ ਗੱਲ ਇਹ ਹੈ ਕਿ ਉਸ ਬਾਣੀ ਦੇ ਕੁੱਲ 14 ਬੰਦ ਹਨ। ਇੱਕ ਆਰੰਭ ਵਾਲਾ, ਫਿਰ 12 ਮਹੀਨਿਆਂ ਦੇ ਪ੍ਰਥਾਏ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਫਿਰ ਇੱਕ ਅਖੀਰ ਉੱਤੇ। ਇਸ ਦੇ 17 ਬੰਦ ਹਨ। ਬਹੁਤਾਤ ਵਿੱਚ ਅਸੀਂ ਕੇਵਲ ਉਸੇ 12 ਮਾਹ ਨੂੰ ਹੀ ਪੜ੍ਹਦੇ ਹਾਂ, ਕਿਉਂਕਿ ਉਸ ਦੀ ਬੋਲੀ ਅਤੇ ਸ਼ੈਲੀ ਕਾਫੀ ਹੱਦ ਤੱਕ ਸੁਖੈਨ ਹੈ ਪੜ੍ਹਨ ਤੇ ਸੁਣਨ ਦੇ ਵਿੱਚ।
ਇਸ 12 ਮਾਹ ਨੂੰ ਬਹੁਤ ਘੱਟ ਸੰਗਤੀ ਰੂਪ ਵਿੱਚ ਪੜ੍ਹਿਆ ਜਾਂਦਾ ਹੈ, ਕਿਉਂਕਿ ਇੱਕ ਤਾਂ ਇਹ ਉਸ ਬਾਣੀ ਨਾਲੋਂ ਥੋੜੀ ਜਿਹੀ ਲੰਮੇਰੀ ਬਾਣੀ ਹੈ, ਕਿਉਂਕਿ ਉਹਦੇ 14 ਬੰਦ ਨੇ, ਇਹਦੇ 17 ਨੇ। ਦੂਸਰਾ, ਇੱਕ ਵਿਦਵਾਨਾਂ ਨੇ, ਅਰਥਕਾਰਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਵੀ ਇਹ ਪਾਵਨ ਬਾਣੀ ਵਿੱਚ ਕੁਦਰਤੀ ਚਿੰਤਨ ਸਭ ਤੋਂ ਵੱਧ ਕੀਤਾ ਗਿਆ। ਕੁਦਰਤ ਦਾ ਵਰਣਨ ਬਹੁਤਾਤ ਵਿੱਚ ਕੀਤਾ ਹੈ। ਇਹ ਆਪਾਂ ਪੜ੍ਹਦਿਆਂ ਹੋਇਆਂ ਇਸ ਬਾਣੀ ਦੀ ਵਿਚਾਰ ਕਰਦਿਆਂ ਸਮਝਾਂਗੇ, ਵੇਖਾਂਗੇ। ਔਰ ਇਸ ਦੀ ਬੋਲੀ ਵਿੱਚ ਸਥਾਨਕ ਰੰਗ ਬਹੁਤ ਹੈ, ਕੁਦਰਤੀ ਰੰਗ ਬਹੁਤ ਹੈ, ਤੇ ਕੁਝ ਸ਼ਬਦ ਹਨ ਜਿਹੜੇ ਆਮ ਰੂਪ ਵਿੱਚ ਅਸੀਂ ਪੜ੍ਹਦੇ ਨਹੀਂ, ਔਰ ਉਹ ਸਾਡੇ ਦੁਹਰਾ ਦਾ ਹਿੱਸਾ ਨਾ ਬਣਦਿਆਂ ਹੋਇਆਂ ਸਾਡੀ ਸਮਝ ਤੋਂ ਬਾਹਰ ਹੁੰਦੇ ਜਾਂਦੇ ਹਨ। ਇਸ ਕਰਕੇ ਇਸ ਨੂੰ ਮਹਿੰਗੀ ਬਾਣੀ, ਕਠਿਨ ਬਾਣੀ ਜਾਣ ਕੇ ਵੀ ਅਸੀਂ ਬਹੁਤੀ ਵਾਰ ਇਸ ਨੂੰ ਛੱਡਣ ਦਾ ਯਤਨ ਕਰ ਦਿੰਦੇ ਹਾਂ ਔਰ ਕੇਵਲ ਇੱਕੋ ਬਾਣੀ ਹੀ ਪੜ੍ਹਦੇ ਹਾਂ। ਵੈਸੇ ਹੈਰਾਨੀ ਦੀ ਗੱਲ ਇਹ ਹੈ, ਪਤਾ ਨਹੀਂ ਕਿਉਂ ਇਸ ਦਾ ਕਾਰਨ ਕੋਈ ਹੋਰ ਲੱਭ ਨਹੀਂ ਸਕਿਆ, ਕਿ ਜਦੋਂ ਵੀ ਸੰਗਰਾਂਦ ਦਾ ਦਿਨ ਆਉਂਦਾ ਹੈ ਕੇਵਲ ਗੁਰੂ ਅਰਜਨ ਸਾਹਿਬ ਜੀ ਦਾ 12 ਮਾਹ ਹੀ ਕਿਉਂ ਪੜ੍ਹਿਆ ਜਾਂਦਾ ਹੈ। ਹਾਲਾਂਕਿ ਬਾਣੀਆਂ ਤੇ ਸਾਰੀਆਂ ਹੀ ਪਵਿੱਤਰ ਨੇ, ਪਰ ਇਸ ਨੂੰ ਨਾ ਪੜ੍ਹਨ ਦੀ ਵਜ੍ਹਾ ਕਰਕੇ ਵੀ ਬਹੁਤ ਸਾਰੇ ਸਾਡੇ ਜਿਹੜੇ ਬੋਲ ਚਾਲ ਦੇ ਪੁਰਾਣੇ ਸ਼ਬਦ ਸਨ ਉਹ ਸਾਡੀ ਸੋਚ ਤੋਂ ਪਰੇ ਹੋ ਗਏ। ਜਿਹੜਾ ਸ਼ਬਦ ਇਸਤੇਮਾਲ ਨਹੀਂ ਹੋਏਗਾ, ਵਰਤੋਂ ਵਿੱਚ ਨਹੀਂ ਆਏਗਾ, ਜਿਹਦਾ ਕੋਈ ਜ਼ਿਕਰ ਨਹੀਂ ਕਰੇਗਾ, ਕੋਈ ਸੁਣੇਗਾ ਨਹੀਂ, ਉਹ ਗੱਲ ਅੱਗੇ ਕਿਵੇਂ ਚੱਲੇਗੀ। ਤਾਂ ਚਾਹੀਦਾ ਤਾਂ ਇਹ ਸੀ ਵੀ ਇਹ ਵੀ ਬਾਣੀ ਨੂੰ ਨਾਲ ਨਾਲ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਦੇ, ਪਰ ਬਹੁਤ ਘੱਟ, ਕਿਤੇ ਕੋਈ ਬਿਰਲੀ ਥਾਂ ਹੋਏਗੀ ਜਿੱਥੇ ਤੁਖਾਰੀ ਰਾਗ ਦਾ 12 ਮਾਹ ਪੜ੍ਹਿਆ ਜਾਂਦਾ ਹੋਏਗਾ, ਨਹੀਂ ਤੇ ਕੋਈ ਨਹੀਂ ਪੜ੍ਹਦਾ। ਇਸ ਕਰਕੇ ਇਹ ਇੰਨੀ ਮਹਾਨ ਬਾਣੀ ਜਿਹੜੀ ਹੈ ਉਹ ਸਾਡੀਆਂ ਨਜ਼ਰਾਂ ਤੋਂ ਓਲੇ ਹੀ ਰਹਿ ਜਾਂਦੀ ਹੈ, ਔਰ ਇਸ ਨੂੰ ਅਸੀਂ ਪੜ੍ਹ ਕੇ, ਸੁਣ ਕੇ ਵਿਚਾਰਨ ਦੀ ਕੋਸ਼ਿਸ਼ ਕਰਦੇ ਹੀ ਨਹੀਂ। ਸੋ ਇਸ ਵਾਸਤੇ ਯਤਨ ਕੀਤਾ ਵੀ ਆਪਾਂ ਇਸ ਬਾਣੀ ਨੂੰ ਸਮਝੀਏ, ਇਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ, ਔਰ ਆਪ ਇਸ ਬਾਣੀ ਨੂੰ ਸੁਣਦਿਆਂ ਤੇ ਵਿਚਾਰਦਿਆਂ ਹੋਇਆਂ ਵੇਖੋਗੇ ਕਿ ਇਸ ਪਾਵਨ ਬਾਣੀ ਵਿੱਚ ਹਜ਼ੂਰ ਮਹਾਰਾਜ ਨੇ ਉਹ ਰੰਗ ਕੁਦਰਤ ਦੇ, ਉਹ ਰੰਗ ਲੋਕ ਕਾਵ ਦੇ, ਔਰ ਆਪਣੇ ਇਰਦ ਗਿਰਦ ਦੇ ਇਸ ਬਾਣੀ ਵਿੱਚ ਉਹ ਵੇਗ ਬਿਆਨ ਕੀਤੇ ਹਨ ਕਿ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰੀਏ ਤੇ ਸਾਨੂੰ ਐਵੇਂ ਲੱਗੇਗਾ ਗੁਰੂ ਨਾਨਕ ਮਹਾਰਾਜ ਸਾਡੀ ਬਾਹ ਫੜ ਕੇ ਸਾਨੂੰ ਬਾਹਰ ਦੇ ਇਲਾਕੇ ਵਿੱਚ, ਜੰਗਲਾਂ ਦੇ ਝੱਲਾਂ ਵਿੱਚ, ਦਰਿਆਵਾਂ ਦੇ ਝੱਲਾਂ ਵਿੱਚ ਉਹਨਾਂ ਕੱਖਾਂ ਤੇ ਕਾਨਿਆਂ ਦਾ ਪੈਂਡਾ ਤੈਅ ਕਰਦਿਆਂ ਹੋਇਆਂ ਆਪਣੇ ਨਾਲ ਨਾਲ ਲਈ ਫਿਰਦੇ ਹਨ। ਹਰ ਇੱਕ ਕੁਦਰਤ ਨੂੰ ਸਤਿਗੁਰੂ ਸਾਨੂੰ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਚੇਤ ਦਾ ਮਹੀਨਾ ਚੜ੍ਹਿਆ, ਬਸੰਤ ਦੀ ਰੁੱਤ ਆਈ ਤੇ ਕਿਸ ਕਿਸ ਤਰ੍ਹਾਂ ਦਾ ਕੁਦਰਤ ਦਾ ਰੰਗ ਬਣਿਆ। ਵੈਸਾਖ ਦਾ ਮਹੀਨਾ ਆਇਆ, ਕਿਵੇਂ ਸ਼ਾਖਾ ਨੇ ਵੇਸ ਕੀਤਾ, ਕਿਸ ਤਰ੍ਹਾਂ ਸਾਵਣ ਦਾ ਮਹੀਨਾ ਆਇਆ, ਕਿਸ ਤਰ੍ਹਾਂ ਭਾਦੋਂ ਦਾ ਆਇਆ। ਹਰ ਇੱਕ ਮਹੀਨੇ ਦੇ ਰੰਗ ਬਿਆਨ ਕਰਦੇ ਹਾਂ। ਕਿਵੇਂ ਪੋਹ ਦਾ ਮਹੀਨਾ ਚੜ੍ਹਿਆ ਤੇ ਕਿਸ ਢੰਗ ਦੇ ਨਾਲ ਕੋਰੇ ਨੇ ਸਾਰੀਆਂ ਚੀਜ਼ਾਂ ਨੂੰ ਢੱਕਣਾ ਸ਼ੁਰੂ ਕਰ ਦਿੱਤਾ। ਹਰ ਇੱਕ ਗੱਲ ਦਾ ਇੰਨਾ ਸੁੰਦਰ ਵਰਣਨ ਧੰਨ ਗੁਰੂ ਨਾਨਕ ਮਹਾਰਾਜ ਨੇ ਕੀਤਾ ਹੈ, ਬਾ ਕਮਾਲ ਹੈ। ਹਜ਼ੂਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇੱਕ ਪੁਰਾਣੇ ਵਿਦਵਾਨਾਂ ਨੇ ਲਿਖਿਆ ਹੈ ਵੀ ਪੁਰਾਣਾ ਇੱਕ ਢੰਗ ਸੀ 12 ਮਾਹੇ ਲਿਖਣ ਦਾ। 12 ਮਾਹੇ ਬੜੇ ਵੱਖ-ਵੱਖ ਤਰੀਕਿਆਂ ਤੇ ਲਿਖੇ ਗਏ ਨੇ। ਬਿਰਹੇ ਤੇ, ਬਿਰਹਾ ਕਹਿੰਦੇ ਹਨ ਵਿਛੋੜੇ ਨੂੰ, ਵਿਛੋੜੇ ਤੋਂ ਮਿਲਾਪ ਦੀ ਗੱਲ ਕਰਨੀ, ਆਪਣੇ ਮਨ ਦੀਆਂ ਵੇਦਨਾਵਾਂ ਪ੍ਰਗਟ ਕਰਦੇ ਹਾਂ। ਇਹ ਇੱਕ ਸਾਹਿਤਕ ਕਲਾ ਹੈ, ਇਹ ਇੱਕ ਲੋਕ ਕਾਵ ਹੈ। ਇਸ ਨੂੰ ਵਰਤ ਕੇ ਬੜੇ ਲੋਕਾਂ ਨੇ ਕਵਿਤਾ ਰਾਹੀਂ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਇਸ਼ਕ ਮੁਸ਼ਕ ਦੇ ਕਿੱਸੇ ਵੀ 12 ਮਾਹ ਦੇ ਵਿੱਚ ਲਿਖੇ ਨੇ। ਲੋਕਾਂ ਨੇ ਜੰਗਾਂ ਦੇ ਵਰਣਨ ਵੀ 12 ਮਾਹਾਂ ਵਿੱਚ ਲਿਖੇ ਨੇ। ਲੋਕਾਂ ਨੇ ਆਮ ਰਿਸ਼ਤਿਆਂ ਦੀਆਂ ਭਾਵਨਾਵਾਂ ਤੇ ਆਮ ਕੁਦਰਤੀ ਰੁੱਤਾਂ ਦਾ ਵਰਣਨ ਕਰਦਿਆਂ ਹੋਇਆਂ ਵੀ 12 ਮਾਹ ਰਚੇ ਹਨ। ਤੋਂ ਵਿਦਵਾਨਾਂ ਨੇ ਲਿਖਿਆ ਪੁਰਾਣੇ ਵਕਤਾਂ ਦੇ ਵਿੱਚ ਖੱਟ ਰਿਤੂ ਲਿਖੇ ਜਾਂਦੇ ਸਨ। ਖੱਟ ਰਿਤੂ ਕਹਿੰਦੇ ਹਨ 6 ਰੁੱਤਾਂ। ਗੁਰੂ ਗ੍ਰੰਥ ਸਾਹਿਬ ਚ ਰੁੱਤੀ ਸ਼ਲੋਕ ਨੇ, 6 ਰੁੱਤਾਂ ਸਾਲ ਵਿੱਚ ਆਉਂਦੀਆਂ ਨੇ। ਉਹਨਾਂ 6 ਰੁੱਤਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਬਾਣੀ ਦੇ ਵਿੱਚ ਕੀਤਾ। ਜਿਵੇਂ ਬਸੰਤ ਹੋ ਗਈ, ਗਰੀਖਮ ਹੋ ਗਈ, ਹਿਮਕਰ ਹੋ ਗਈ, ਬਰਸਾਤ ਹੋ ਗਈ, ਇਸ ਤਰ੍ਹਾਂ 6 ਰੁੱਤਾਂ ਹਨ। ਤੋਂ ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚੋਂ ਇਹ ਗੁਰੂ ਨਾਨਕ ਸਾਹਿਬ ਨੇ 12 ਮਾਹ ਲਿਖ ਕੇ ਤੇ ਇਸ ਰਾਹੀਂ ਆਪਣਾ ਜੋ ਉਪਦੇਸ਼ ਸਾਨੂੰ ਉੱਚੀ ਸੁੱਚੀ ਜੀਵਨ ਜੁਗਤ ਬਖਸ਼ਿਸ਼ ਕੀਤੀ ਹੈ ਉਹ ਤੇ ਹੈ ਹੀ ਹੈ,
ਪਰ ਨਾਲ ਜੋ ਇਸ ਵਿੱਚ ਸਤਿਗੁਰੂ ਜੀ ਨੇ ਕਲਾ ਦੇ ਜੋ ਰੰਗ ਪੇਸ਼ ਕੀਤੇ ਹਨ, ਜੋ ਕੁਦਰਤ ਦੀ ਨੇੜਤਾ ਦਾ ਸਾਨੂੰ ਅਹਿਸਾਸ ਕਰਾਇਆ ਹੈ, ਜੋ ਸਾਨੂੰ ਆਮ ਬੋਲੀ ਦੇ ਵਿੱਚ ਜੋ ਮਹਾਨ ਆਦਰਸ਼ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਉਹ ਬਹੁਤ ਖਾਸ ਹੈ ਤੇ ਵਿਚਾਰਨ ਵਾਲਾ ਹੈ। ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਵੇਂ 2 12ਵਾਂ ਆਏ, ਦਿਨ ਰੈਣ ਆਇਆ, 7 ਵਾਰੇ ਆਏ, ਜਿਸ ਨੂੰ ਅਸੀਂ 7 ਵਾਰ ਕਹਿੰਦੇ ਹਾਂ, ਕਬੀਰ ਸਾਹਿਬ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਇਸੇ ਤਰ੍ਹਾਂ ਪਹਿਰੇ ਆਏ, ਜਿਵੇਂ ਅਸੀਂ ਪਹਿਰ ਕਹਿੰਦੇ ਹਾਂ ਨਾ ਵੀ ਆਹ ਪਹਿਰ ਹੋ ਗਿਆ, 8 ਪਹਿਰ ਹੋ ਗਏ, ਉਹ ਪਹਿਰਿਆਂ ਦੇ ਨਾਮ ਉੱਤੇ ਵੀ ਮਹਾਰਾਜ ਨੇ ਬਾਣੀ ਲਿਖੀ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀਆਂ ਜਿਹੜੇ ਲੋਕ ਗੀਤ ਹੁੰਦੇ ਸਨ, ਲੋਕ ਕਾਵ ਹੁੰਦੇ ਸਨ, ਸ਼ਗਨ ਗਾਉਣੇ, ਮੰਗਲ ਗਾਉਣੇ, ਸ਼ੰਤ ਗਾਉਣੇ, ਇਹ ਜਿਹੜੀਆਂ ਖਾਸ ਤੌਰ ਤੇ ਬਜ਼ੁਰਗ ਬੀਬੀਆਂ ਇਹਨਾਂ ਗੱਲਾਂ ਨੂੰ ਜ਼ਿਆਦਾ ਬਿਹਤਰ ਜਾਣਦੀਆਂ ਨੇ। ਔਰ ਘੋੜੀਆਂ ਗਾਉਣੀਆਂ, ਅਲਾਣੀਆਂ ਪਾਉਣੀਆਂ, ਇਹ ਸਾਰੇ ਸਾਡੇ ਲੋਕ ਕਾਵ ਨੇ। ਗੁਰੂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਸਾਰੇ ਵਰਤੇ ਗਏ ਹਨ। ਤੋ ਇਹ ਸਾਰੀਆਂ ਚੀਜ਼ਾਂ ਜੋ ਹਨ, ਸਤਿਗੁਰੂ ਜੀ ਨੇ ਇਹ ਇੱਕ ਭਾਂਡੇ ਵਰਤੇ ਹਨ ਆਪਣੀ ਵਸਤੂ ਗੁਰਮਤ ਦੀ ਉਹਦੇ ਵਿੱਚ ਪਾ ਕੇ ਸਾਨੂੰ ਦੇਣ ਲਈ। ਹਜ਼ੂਰ ਮਹਾਰਾਜ ਨੇ ਲੋਕ ਸੁਰਤ ਜਿੱਥੇ ਜੁੜੀ ਹੋਈ ਹੈ ਨਾ, ਲੋਕਾਂ ਦਾ ਜਿਹੜਾ ਕਲਚਰ ਹੈ ਉਹਦੀ ਭੰਨ ਤੋੜ ਨਹੀਂ ਕੀਤੀ। ਉਸੇ ਕਲਚਰ ਦੇ ਵਿੱਚ ਹੀ ਗੁਰਮਤ ਦੀ ਦਾਤ ਪਾ ਕੇ ਸਤਿਗੁਰੂ ਨੇ ਸਾਨੂੰ ਗ੍ਰਹਿਣ ਕਰਨ ਵਾਸਤੇ ਪ੍ਰੇਰਨਾ ਕੀਤੀ ਵੀ ਇਸ ਨੂੰ ਇਸੇ ਰੂਪ ਵਿੱਚ ਲੈ। ਭਾਸ਼ਾ ਵੀ ਤੁਹਾਡੀ ਮਾਣਯੋਗ ਹੈ, ਪਹਿਰਾਵਾ ਵੀ ਤੁਹਾਡਾ ਮਾਣਯੋਗ ਹੈ, ਖਾਣ ਪੀਣ ਵੀ ਤੁਹਾਡਾ ਜੋ ਹੈ ਸੋ ਵਧੀਆ ਹੈ। ਸੋ ਇਹਦੇ ਵਿੱਚ ਹੀ ਗੁਰਮਤ ਦੀ ਦਾਤ ਪਾ ਕੇ ਸਤਿਗੁਰਾਂ ਨੇ ਸਾਨੂੰ ਉੱਚੀ ਸੁੱਚੀ ਜੀਵਨ ਜੁਗਤ ਬਖਸ਼ਿਸ਼ ਕੀਤੀ ਹੈ। ਦੁਨੀਆ ਦੇ ਅੰਦਰ ਬਹੁਤਾਤ ਲੋਕ ਧਰਮ ਦੇ ਨਾਂ ਦੇ ਉੱਤੇ ਪਹਿਰਾਵਿਆਂ ਨੂੰ, ਭਾਸ਼ਾ ਨੂੰ, ਖਾਣ ਪੀਣ ਨੂੰ ਨਿਸ਼ਾਨਾ ਬਣਾ ਕੇ ਵਿਵਾਦ ਛੇੜਦੇ ਰਹਿੰਦੇ ਹਨ। ਪਰ ਕਮਾਲ ਦੀ ਗੱਲ ਹੈ, ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਸਿੱਖੀ ਨੇ ਪੰਜਾਬ ਦੇ ਲੋਕ ਕਾਵਿ ਨੂੰ ਉਸੇ ਰੂਪ ਵਿੱਚ ਵਰਤ ਲਿਆ, ਲੋਕ ਬੋਲੀ ਨੂੰ ਉਸੇ ਰੂਪ ਵਿੱਚ ਵਰਤ ਲਿਆ। ਜੋ ਮੁਹਾਵਰੇ ਹਨ, ਜੋ ਢੰਗ ਤੇ ਤਕਨੀਕ ਹੈ, ਸਾਰੀ ਉਹੋ ਹੀ ਵਰਤ ਲਈ। ਪਹਿਰਾਵੇ ਵੀ ਉਹੋ ਹੀ ਸਨ, ਬੋਲ ਚਾਲ ਵੀ ਉਹੋ ਹੀ ਸੀ, ਰਹਿਣ ਸਹਿਣ ਵੀ ਉਹੋ ਹੀ ਸੀ, ਕਿਰਤਕਾਰਾਂ ਵੀ ਉਹੋ ਹੀ ਸਨ। ਬਸ ਇਹਨਾਂ ਸਾਰੇ ਭਾਂਡਿਆਂ ਨੂੰ ਸਤਿਗੁਰੂ ਨੇ ਸਤਿਕਾਰ ਦਿੰਦਿਆਂ ਇਹਨਾਂ ਦੇ ਵਿੱਚ ਹੀ ਗੁਰਮਤ ਦੀ ਦਾਤ ਪਾ ਕੇ ਤੇ ਸਾਨੂੰ ਸਿੱਖ ਸਜਾਇਆ, ਸਿੱਖ ਬਣਾਇਆ। ਇਸ ਵਾਸਤੇ ਜੋ ਪੰਜਾਬ ਹੈ, ਪੰਜਾਬ ਦੇ ਕਲਚਰ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੇ ਲੋਕ ਰੰਗ ਨੂੰ ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਸਿੱਖੀ ਦੀ ਪਾਹ ਚਾੜੀ, ਇਹ ਇੱਕ ਬੜੀ ਵੱਡੀ ਤੇ ਨਵੇਕਲੀ ਗੱਲ ਹੈ। ਇਸ ਕਰਕੇ ਪੰਜਾਬ ਗੁਰਾਂ ਦਾ ਹੋ ਗਿਆ, ਕਿਉਂਕਿ ਆਤਮਾ ਉਹਦੇ ਵਿੱਚ ਗੁਰੂ ਦੀ ਰਹਿੰਦੀ ਹੈ, ਸੋਚ ਉਹਦੇ ਵਿੱਚ ਗੁਰੂ ਦੀ ਚੱਲੇ, ਯਕੀਨ ਉਸ ਵਿੱਚ ਗੁਰੂ ਦਾ ਹੋਵੇ, ਸਿਦਕ ਉਸ ਵਿੱਚ ਗੁਰੂ ਦਾ ਹੋਵੇ। ਪੰਜਾਬ ਤੇ ਧਰਤੀ ਉਹੀ ਜੋ ਕੁਦਰਤ ਨੇ ਆਰੰਭ ਤੋਂ ਸਾਜੀ ਹੈ। ਇੱਥੇ ਬੜਾ ਕੁਝ ਆਇਆ ਤੇ ਬੜਾ ਕੁਝ ਗਿਆ, ਬੜੇ ਲੋਕਾਂ ਨੇ ਇੱਥੇ ਆਪਣੇ ਆਪਣੇ ਪੈਰ ਪਸਾਰਨ ਦੇ ਕੋਸ਼ਿਸ਼ ਕੀਤੇ, ਪਰ ਇਸ ਧਰਤੀ ਦੀ ਆਤਮਾ ਬਣਨ ਦਾ ਸੁਭਾਗ ਕੇਵਲ ਸਿੱਖੀ ਨੂੰ ਪ੍ਰਾਪਤ ਹੋਇਆ। ਇਸ ਕਰਕੇ ਪੰਜਾਬ ਸਿੱਖੀ ਦੀ ਜਿਹੜਾ ਲਿਬਾਸ ਹੈ, ਔਰ ਸਿੱਖੀ ਪੰਜਾਬ ਦੀ ਰੂਹ ਹੈ, ਉਹਦੀ ਧੁਰ ਆਤਮਾ ਵਿੱਚ ਵਸਦਾ ਹੈ। ਮੈਨੂੰ ਬੋਲ ਯਾਦ ਆਉਂਦੇ ਹਨ ਪ੍ਰੋਫੈਸਰ ਪੂਰਨ ਸਿੰਘ ਦੇ, ਜਿੱਥੇ ਉਹਨਾਂ ਨੇ ਲਿਖਿਆ ਵੀ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਵਸਦਾ ਗੁਰਾਂ ਦੇ ਨਾਮ। ਵੀ ਉਹਦੀ ਰੂਹ ਵਿੱਚ ਗੁਰਿਆਈ ਦਾ, ਗੁਰੂ ਤਵ ਦਾ, ਗੁਰਮਤ ਦਾ ਜੋ ਫਲਸਫਾ ਹੈ, ਉਹਦੇ ਧੁਰ ਆਤਮਾ ਤੱਕ ਉਤਰਿਆ ਹੋਇਆ। ਉਸ ਨੂੰ ਲੋਕ ਛਿੱਲਣ ਦੀ ਕੋਸ਼ਿਸ਼ ਕਰਦੇ ਹਨ, ਤੋੜਨ ਦੀ ਕੋਸ਼ਿਸ਼ ਕਰਦੇ ਹਨ, ਉਖਾੜਨ ਦੀ ਕੋਸ਼ਿਸ਼ ਕਰਦੇ ਹਨ, ਅਲੱਗਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਗੱਲ ਬਣਦੀ ਨਹੀਂ। ਤੋਂ ਬੜੇ ਅਹਿਮ ਪੱਖ ਨੇ ਇਹਨਾਂ ਵਿਚਾਰਾਂ ਦੇ ਰਾਹੀਂ ਸਮਝਣ ਵਾਲੇ। ਖੈਰ, ਆਪਣਾ ਇਸ ਜਗ੍ਹਾ ਤੇ ਵਿਸ਼ਾ ਨਹੀਂ, ਕਿਉਂਕਿ ਸਾਡੇ ਸਾਹਮਣੇ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਉਪਦੇਸ਼ ਹੈ। ਆਪਾਂ ਇਸ ਨੂੰ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਇਹ ਪਾਵਨ ਬਾਣੀ 12 ਮਾਹ, ਪਹਿਲੋਂ ਆਰੰਭ ਦੇ ਵਿੱਚ ਸਤਿਗੁਰੂ ਮੰਗਲ ਕਰਦੇ ਹਨ, ਇੱਕ ਓੰਕਾਰ, ਉਹ ਅਕਾਲ ਪੁਰਖ ਇੱਕ ਹੈ, ਸਾਰੀ ਕੁਦਰਤ ਵਿੱਚ ਵਸਿਆ ਹੋਇਆ ਹੈ, ਉਹ ਉਸ ਦੀ ਹੋਂਦ ਸਦਾ ਕਾਇਮ ਰਹਿਣ ਵਾਲੀ ਹੈ, ਔਰ ਗੁਰੂ ਦੀ ਕਿਰਪਾ, ਬਖਸ਼ਿਸ਼, ਰਹਿਮਤ, ਉਪਦੇਸ਼ ਦੇ ਰਾਹੀਂ ਉਸ ਦੀ ਸੋਝੀ ਹੁੰਦੀ ਹੈ। ਤੁਖਾਰੀ ਸ਼ੰਤ ਮਹੱਲਾ ਪਹਿਲਾ। ਇਹ ਛੰਤ ਰੂਪ ਵਿੱਚ ਇਹ ਬਾਣੀ ਅੱਗੇ ਆ ਰਹੀ ਹੈ। ਰਾਗ ਤੁਖਾਰੀ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਹੈ।
12 ਮਾਹ, ਇਸ ਦਾ ਨਾਮ ਹੈ, ਸਿਰਲੇਖ ਹੈ 12। 12 ਕਹਿੰਦੇ ਹਨ ਗਿਣਤੀ ਦੇ 12 ਨੂੰ, ਜੋ 11 ਤੋਂ ਬਾਅਦ ਆਉਂਦਾ ਹੈ। ਔਰ ਮਾਹ ਕਹਿੰਦੇ ਹਨ ਮਹੀਨੇ ਨੂੰ, ਭਾਵ 12 ਮਾਹ ਲਿਖਿਆ ਹੋਇਆ ਹੈ। 12 ਮਹੀਨਿਆਂ ਦੀ ਜੋ ਲੋਕ ਕਾਵ ਕਲਾ ਹੈ, ਉਸ ਨੂੰ ਵਰਤ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਸ ਵਿੱਚ ਆਪਣਾ ਉਪਦੇਸ਼ ਦਿੰਦੇ ਹਨ। ਔਰ ਚੇਤ ਦੇ ਮਹੀਨੇ ਦਾ ਸੰਕੇਤ ਵਰਤਨ ਤੋਂ ਪਹਿਲਾਂ 4 ਬੰਦ ਆਉਂਦੇ ਨੇ। ਉਹਦੇ ਵਿੱਚੋਂ ਆਪਾਂ 2 ਬੰਦ ਪਾਠ ਦੇ ਰੂਪ ਵਿੱਚ ਪੜ੍ਹੇ ਨੇ, ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਆਪਾਂ ਬਹੁਤ ਕੋਸ਼ਿਸ਼ ਕਰਕੇ ਕੇਵਲ 2 ਬੰਦ ਹੀ ਵਿਚਾਰਨ ਦਾ ਯਤਨ ਕਰਾਂਗੇ, ਬਾਕੀ ਅਗਲੇ ਦੀਵਾਨ ਵਿੱਚ ਵਿਚਾਰਾਂਗੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਆਰੰਭ ਦੀ ਪੰਕਤੀ ਵਿੱਚ ਆਖਦੇ ਹਨ, ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ। ਤੂੰ ਸੁਣ ਕਿਸ ਨੂੰ ਕਿਹਾ ਹੈ? ਹੇ ਹਰੀ ਤੂੰ ਸੁਣ। ਹੇ ਅਕਾਲ ਪੁਰਖ ਜੀ, ਮੇਰੀ ਅਰਜ਼ੋਈ, ਮੇਰੀ ਬੇਨਤੀ, ਮੇਰੀ ਅਰਦਾਸ, ਮੇਰੀ ਹੂਕ ਸੁਣੋ। ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ। ਹੇ ਹਰੀ ਤੂੰ ਮੇਰੀ ਗੱਲ ਸੁਣ ਕਿ ਅਸੀਂ ਕਿਰਤ ਕਰਮਾਂ ਪੁਰਬ ਕਮਾਇਆ, ਉਸੇ ਤਰ੍ਹਾਂ ਹੀ ਆਪਣੇ ਫਲ ਭੋਗ ਰਹੇ ਹਾਂ ਜਿਸ ਤਰ੍ਹਾਂ ਅਸੀਂ ਪੁਰਬ ਪਹਿਲੋਂ ਦੇ ਕੀਤੇ ਹੋਏ ਕਰਮ ਜਿਹੜੇ ਹਨ ਉਹਨਾਂ ਦੇ ਪ੍ਰਭਾਵ ਅਧੀਨ ਜੀ ਰਹੇ ਹਾਂ। ਉਹ ਕੁਝ ਭੋਗ ਰਹੇ ਹਾਂ ਜੋ ਮੁੱਢ ਤੋਂ ਮਿਥਿਆ ਗਿਆ ਹੈ। ਇੱਕ ਨੁਕਤੇ ਨੂੰ ਸਮਝ ਲਈਏ ਕਿ ਮਨੁੱਖ ਆਪਣੇ ਕੀਤੇ ਹੋਏ ਸੰਸਕਾਰਾਂ, ਬਣੇ ਹੋਏ ਸੰਸਕਾਰਾਂ ਦੇ ਪ੍ਰਭਾਵ ਅਧੀਨ ਜੀਵਨ ਜਿਉਂਦਾ। ਸੰਖੇਪ ਵਿੱਚ ਇਹਨੂੰ ਜਾਣਨਾ, ਕਿਉਂਕਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਗੁਰੂ ਅਰਜਨ ਸਾਹਿਬ ਜੀ ਦੀ 12 ਮਾਹ ਦੀ ਪਹਿਲੇ ਬੰਦ ਦੀ ਇਹ ਪਹਿਲੀ ਪੰਕਤੀ, ਉੱਥੇ ਵੀ ਕਿਰਤ ਕਰਮ ਦਾ ਜ਼ਿਕਰ ਹੈ, ਇੱਥੇ ਵੀ ਕਿਰਤ ਕਰਮਾਂ ਦਾ ਜ਼ਿਕਰ ਹੈ। ਕਿੰਨੀ ਡੂੰਘੀ ਸਾਂਝ ਹੈ ਸ਼ਬਦਾਂ ਦੀ ਆਪਸ ਵਿੱਚ, ਕਿ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਨਾ ਵੀ ਕਿਰਤ ਕਰਮਾਂ ਪੁਰਬ ਕਮਾਇਆ, ਗੁਰੂ ਅਰਜਨ ਸਾਹਿਬ ਨੇ ਕਹੀ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਕਿ ਅਸੀਂ ਕੀਤੇ ਕਰਮਾਂ ਕਰਕੇ ਵਿਛੜੇ ਹੋਏ ਹਾਂ, ਜਿਸ ਨੂੰ ਮਹਾਰਾਜ ਬਾਣੀ 'ਚ ਕਹਿੰਦੇ ਆਪ ਕਮਾਣੇ ਵਿਛੁੜੀ ਦੋਸ਼ ਨਾ ਕਾਹੂ ਦੇਣ। ਮੈਂ ਕਿਸੇ ਨੂੰ ਦੋਸ਼ ਕੀ ਦਿਆਂ, ਕਿਸੇ ਨੂੰ ਲਾਂਭਾ ਕੀ ਦਿਆਂ, ਕਿਸੇ ਨੂੰ ਬੋਲੀ ਕੀ ਤੇ ਵਿਅੰਗ ਕੀ ਕਸਾਂ। ਮੈਂ ਆਪਣੇ ਕੀਤੇ ਕਰਮਾਂ ਕਰਕੇ ਹੀ ਹੇ ਮੇਰੇ ਮਾਲਕ ਪ੍ਰਭੂ ਪ੍ਰੀਤਮ ਤੇਰੇ ਨਾਲੋਂ ਵਿਛੜੀ ਹੋਈ ਹਾਂ। ਕਿਸੇ ਨੂੰ ਇਹਦਾ ਕਾਹਦਾ ਦੋਸ਼? ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ। ਇਸ ਵਾਸਤੇ ਮੈਂ ਆਪਣੇ ਕੀਤੇ ਕਰਮਾਂ ਕਰਕੇ ਤੇਰੇ ਤੋਂ ਦੂਰ ਹਾਂ। ਗੁਰੂ ਨਾਨਕ ਮਹਾਰਾਜ ਜਿਸ ਨੂੰ ਬਿਆਨ ਕਰਦਿਆਂ ਕਹਿੰਦੇ ਨੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਿਉਂਕਿ ਅਸੀਂ ਆਪਣੀ ਕਰਮੀ ਕਰਕੇ ਕੋਈ ਨੇੜੇ ਹੈ ਤੇ ਕੋਈ ਦੂਰ ਹੈ, ਕੋਈ ਮਿਲਾਪ ਦਾ ਸਵਾਦ ਮਾਣ ਰਿਹਾ ਤੇ ਕੋਈ ਵਿਛੋੜੇ ਦਾ ਦੁੱਖ ਸਹਿ ਰਿਹਾ। ਹੁਣ ਸਤਿਗੁਰੂ ਨੇ ਆਰੰਭ ਵੇਖੋ ਕਿੱਥੋਂ ਕੀਤਾ ਹੈ, ਵੀ ਵਿਛੋੜੇ ਤੋਂ ਗੱਲ ਆਰੰਭ ਕੀਤੀ ਹੈ ਤੇ ਮਿਲਾਪ ਤੇ ਜਾ ਕੇ ਖਤਮ ਕਰ ਦਿੱਤੀ। ਵਿਛੋੜੇ ਵਿੱਚ ਤੇ ਅਸੀਂ ਸਾਰੇ ਜੀ ਹੀ ਰਹੇ ਹਾਂ, ਸੱਚ ਨਾਲੋਂ ਟੁੱਟੇ ਹੋਏ, ਰੱਬ ਦੀ ਇਬਾਦਤ ਨਾਲੋਂ, ਕੁਦਰਤ ਨਾਲੋਂ ਟੁੱਟੇ ਹੋਏ, ਉਹਦੇ ਹੁਕਮ ਤੋਂ ਦੂਰੀ ਬਣਾ ਕੇ ਬੈਠੇ ਹੋਏ ਹਾਂ। ਹੁਣ ਸਾਡੇ ਦੁੱਖਾਂ ਦੀ ਕਹਾਣੀ ਆਰੰਭ ਹੋ ਰਹੀ ਹੈ। ਹੌਲੀ ਹੌਲੀ ਰੁੱਤਾਂ ਦਾ ਵਰਣਨ ਹੋਏਗਾ, ਮਹੀਨਿਆਂ ਦੇ ਬਦਲਦੇ ਮੌਸਮਾਂ ਦਾ ਜ਼ਿਕਰ ਆਏਗਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਸ ਧੁਰ ਮਿਲਾਪ ਦੀ ਅਵਸਥਾ ਤੱਕ ਲੈ ਕੇ ਜਾਣਗੇ ਵੀ ਕਿਵੇਂ ਕਿਵੇਂ ਇਹ ਵਿਛੜੀ ਹੋਈ ਜਿੰਦ ਉਸ ਆਪਣੇ ਕਰਤੇ ਪ੍ਰੀਤਮ ਦੇ ਨਾਲ ਇੱਕ ਸੁਰ ਹੋ ਸਕਦੀ ਹੈ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਉਚਾਰਨ ਕੀਤੇ ਹੋਏ 12 ਮਾਹ ਦੇ ਵਿੱਚ ਵੀ ਕਿਰਤ ਕਰਮ ਤੋਂ ਗੱਲ ਆਰੰਭ ਕੀਤੀ ਤੇ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਕਿ ਹਰੀ ਸੱਜਣ ਹੁਣ ਮਨ ਵਿੱਚ ਪ੍ਰਗਟ ਹੋ ਗਿਆ ਹੈ, ਆਨੰਦ ਹੀ ਆਨੰਦ ਬਣ ਗਿਆ ਹੈ। ਤੋ ਗੱਲ ਇੱਥੇ ਜਾ ਕੇ ਹਜ਼ੂਰ ਪਾਤਸ਼ਾਹ ਨੇ ਕਹੀ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਵੀ ਕਿਰਤ ਕਰਮ ਤੋਂ ਵਿਛੜੇ ਜੀਵ ਨੂੰ ਮਿਲਾਪ ਵਾਲੀ ਅਵਸਥਾ ਤੱਕ ਲੈ ਕੇ ਪਹੁੰਚ ਜਾਂਦੇ ਹਨ। ਸਾਰੀ ਜੀਵਨ ਜੁਗਤ ਸਤਿਗੁਰੂ 12 ਮਹੀਨਿਆਂ ਦੇ ਸੰਕੇਤ ਕਾਵ ਦੇ ਰਾਹੀਂ ਵਰਤ ਕੇ ਸਾਨੂੰ ਸਮਝਾਉਂਦੇ ਨੇ। ਇਹੋ ਹੀ ਰੰਗ ਇੱਥੇ। ਤੋ ਕਿਰਤ ਕਰਮ ਕੀ ਹੈ? ਜੋ ਸਾਡੇ ਮਨ ਵਿੱਚ ਖਿਆਲ ਉਪਜਦਾ ਹੈ, ਵਿਚਾਰ ਆਉਂਦੇ ਹਨ, ਸੰਕਲਪ ਉੱਠਦੇ ਹਨ, ਫੁਰਨੇ ਉੱਠਦੇ ਹਨ, ਉਹਨਾਂ ਨੂੰ ਅਸੀਂ ਬਾਰ-ਬਾਰ ਜਦੋਂ ਰਿਪੀਟ ਕਰਦੇ ਹਾਂ, ਕੁਝ ਫੁਰਨੇ ਹਨ ਆਏ ਤੇ ਚਲੇ ਗਏ,
ਉਹਨਾਂ ਨੂੰ ਬਹਿਣ ਲਈ ਟਿਕਣ ਲਈ ਥਾਂ ਨਹੀਂ ਮਿਲੀ, ਮਾਹੌਲ ਨਹੀਂ ਮਿਲਿਆ, ਆਏ ਤੇ ਚਲੇ ਗਏ। ਕੁਝ ਫੁਰਨੇ ਐਸੇ ਆਏ ਜਿਹੜੇ ਇੱਕ ਵਾਰ ਆਏ, ਦੂਸਰੀ ਵਾਰ ਅਸੀਂ ਉਹਨਾਂ ਤੇ ਕੋਸ਼ਿਸ਼ ਕੀਤੀ, ਤੀਸਰੀ ਵਾਰ ਕੀਤੀ, ਉਸ ਬਾਰ-ਬਾਰ ਸਾਡੀ ਸੋਚ ਦਾ ਹਿੱਸਾ ਬਣਦੇ ਰਹੇ ਤੇ ਜੋ ਸਾਡੀ ਸੋਚ ਬਣ ਗਈ ਉਹਦੇ ਮੁਤਾਬਕ ਅਸੀਂ ਕੰਮ ਕਰਨੇ ਸ਼ੁਰੂ ਕਰ ਦਿੱਤੇ। ਉਹਦੀ ਪ੍ਰੈਕਟਿਸ ਹੋਣ ਲੱਗ ਪਈ, ਅਪਲਾਈ ਹੋਣ ਲੱਗ ਪਏ, ਉਹ ਇੰਪਲੀਮੈਂਟ ਹੋਣ ਲੱਗ ਪਏ, ਅਭਿਆਸ ਹੋਣ ਲੱਗ ਪਿਆ ਉਹਨਾਂ ਫੁਰਨਿਆਂ ਦਾ। ਜਦੋਂ ਜਦੋਂ ਉਹ ਸੰਕਲਪ ਤੇ ਫੁਰਨੇ, ਉਹ ਖਿਆਲ ਅਭਿਆਸ ਦਾ ਹਿੱਸਾ ਬਣਦੇ ਰਹੇ, ਹੌਲੀ ਹੌਲੀ ਉਹ ਸੋਚ ਵੀ ਪੱਕੀ ਹੁੰਦੀ ਗਈ ਤੇ ਆਦਤ ਬਣ ਗਈ। ਜਦੋਂ ਆਦਤ ਪੱਕ ਜਾਏ ਤੇ ਸੁਭਾਅ ਬਣ ਜਾਂਦੀ ਹੈ। ਜਦੋਂ ਅਸੀਂ ਕਹਿੰਦੇ ਨਾ ਇਹ ਗੱਲ ਇਹਦੇ ਸੁਭਾਅ 'ਚ, ਮਤਲਬ ਆਦਤ ਪੱਕੀ ਹੋਈ ਹੈ। ਇਹ ਮਨੁੱਖ ਇਵੇਂ ਦੀ ਗੱਲ ਕਰਦਾ ਹੈ, ਇਹਦੇ ਸੁਭਾਅ 'ਚ ਇਸ ਤਰ੍ਹਾਂ ਕਹਿਣਾ, ਜਾਨੀ ਕਿ ਉਹਦੀ ਆਦਤ ਹੈ, ਕਿਉਂਕਿ ਆਦਤ ਕਰਮ ਕਰਕੇ, ਕਰਮ ਨੂੰ ਰਿਪੀਟ ਕਰਕੇ ਆਦਤ ਬਣ ਗਈ। ਤੇ ਜਿਉਂ-ਜਿਉਂ ਆਦਤ ਪੱਕਦੀ ਜਾਏਗੀ ਸੁਭਾਅ ਦਾ ਹਿੱਸਾ ਬਣ ਜਾਏਗੀ। ਸੁਭਾਅ ਕਹਿੰਦੇ ਹਨ ਸਾਡੇ ਵਰਤੋਂ ਵਿਹਾਰ ਦਾ, ਜਿਹੜੀ ਗੱਲ ਸਾਡੀ ਬਣਤਰ ਵਿੱਚ ਹੈ, ਜਿਹੜੀ ਚੀਜ਼ ਸਾਡੀ ਬਣਤਰ ਦੇ ਵਿੱਚ ਹੈ ਵੀ ਅਸੀਂ ਉਹਨੂੰ ਵਰਤਦੇ ਹੀ ਰਹਿਣਾ ਬਾਰ-ਬਾਰ, ਕਿਉਂਕਿ ਉਹ ਸਾਡਾ ਹਿੱਸਾ ਬਣ ਗਈ ਹੈ ਪੂਰੀ ਤਰ੍ਹਾਂ, ਉਹ ਸੁਭਾਅ ਹੋ ਗਿਆ। ਤੇ ਉਹ ਚੀਜ਼ ਜਿੰਨੀ ਹੋਰ ਪੱਕਦੀ ਜਾਏਗੀ, ਉਹ ਪੱਕੀ ਤੇ ਡੂੰਘੀ ਹੁੰਦੀ ਜਾਏਗੀ, ਉਹ ਸੰਸਕਾਰ ਹੋ ਗਿਆ। ਤੇ ਜਿੰਨੀ ਮੁੱਢਲੇ ਦੌਰ ਵਿੱਚ ਗੱਲ ਨੂੰ ਬਦਲਣਾ ਸੌਖਾ ਹੈ ਨਾ, ਜਿਉਂ-ਜਿਉਂ ਪੁਰਾਣੀ ਹੋ ਜਾਏ ਉਹਨੂੰ ਬਦਲਣਾ ਬਹੁਤ ਔਖਾ ਹੈ, ਬਹੁਤ, ਕਿਉਂਕਿ ਜੜ੍ਹਾਂ ਬਣਾ ਪੈਂਦੀ ਹੈ, ਉਹ ਸਾਡੀ ਬਣਤਰ ਵਿੱਚ ਵਸ ਜਾਂਦੀ ਹੈ ਪੂਰੀ ਤਰ੍ਹਾਂ ਦੇ ਨਾਲ। ਇੱਕ ਉਦਾਹਰਣ ਦਿੰਦਾ ਹਾਂ, ਬੋੜ ਦਾ ਬੀਜ ਜਿਹੜਾ ਨਾ ਬੜਾ ਨਿੱਕਾ ਹੁੰਦਾ, ਬੜਾ ਸੂਖਮ, ਤੇ ਕਈ ਵਾਰ ਤੁਸੀਂ ਵੇਖਿਆ ਹੋਏਗਾ ਪੱਕੇ ਮਕਾਨ ਜਿਹੜੇ ਨੇ ਨਾ, ਉਹਨਾਂ ਦੀਆਂ ਨੀਹਾਂ ਦੇ ਵਿੱਚੋਂ ਹੀ ਬੋੜ ਦਾ ਨਿੱਕਾ ਜਿਹਾ ਬੂਟਾ ਉੱਗ ਖਲੋਂਦਾ। ਤੇ ਸਿਆਣੇ ਲੋਕ ਉਹਨੂੰ ਪਹਿਲਾਂ ਹੀ ਵੇਖਦਿਆਂ ਸਾਰ ਵੀ ਅਜੇ ਨਿੱਕਾ ਜਿਹਾ ਹੈ, 2-4 ਇੰਚੀ ਜਾਂ 2-4 ਫੁੱਟ, ਉਹਨੂੰ ਪੁੱਟ ਦਿੰਦੇ ਸਨ। ਪਰ ਜਿਹੜੇ ਨਹੀਂ ਸਨ ਨਾ, ਪੁਰਾਣੀਆਂ ਇਮਾਰਤਾਂ ਦੇ ਵਿੱਚ ਤੁਸੀਂ ਵੇਖਣਾ ਵੀ ਇੱਕ ਪਾਸੇ ਬੜਾ ਪੱਕਾ ਮਕਾਨ ਹੈ ਤੇ ਬਿਲਕੁਲ ਉਹਦੀ ਨੀਂਹ ਦੇ ਵਿੱਚੋਂ ਇੱਕ ਬੋੜ ਦਾ ਦਰਖਤ ਉੱਗ ਆਇਆ। ਇਹ ਉਹਦਾ ਸੁਭਾਅ ਵੀ ਇਹੋ ਜਿਹੀ ਜਗ੍ਹਾ ਵੀ ਉੱਗ ਖਲੋਂਦਾ, ਵੱਧ ਜਾਂਦਾ ਹੈ। ਔਰ ਜਿੰਨਾ ਉਹ ਤਾਂ ਨੂੰ ਵੱਧ ਕੇ ਫੈਲਦਾ ਹੈ ਨਾ, ਉਨੀਆਂ ਜੜ੍ਹਾਂ ਉਹਦੀਆਂ ਥੱਲੇ ਡੂੰਘੀਆਂ ਹੁੰਦੀਆਂ ਨੇ। ਇਸ ਕਰਕੇ ਜੜੋਂ ਉਸ ਰੁੱਖ ਨੂੰ ਪੁੱਟਣਾ ਬਹੁਤ ਤਕੜੀ ਗੱਲ ਹੁੰਦੀ ਹੈ। ਔਰ ਉਹ ਪੱਕੀਆਂ ਜਗ੍ਹਾ ਦੇ ਉੱਤੇ ਵੀ ਉੱਗ ਆਉਂਦਾ, ਫਰਸ਼ ਪਾੜ ਕੇ ਵੀ ਤਾਂ ਆ ਜਾਂਦਾ। ਤੇ ਜੇ ਉਸ ਨੂੰ ਉਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ, ਉੱਗਦਾ ਹੈ, ਵੱਡਾ ਹੁੰਦਾ ਹੈ, ਉਹਨੂੰ ਮੌਕਾ ਮਿਲ ਜਾਏ ਵੱਡੇ ਹੋਣ ਦਾ, ਤਾਂ ਉਹ ਕੰਧਾਂ ਨੂੰ ਪਾੜ ਕੇ ਸੁੱਟ ਦਿੰਦਾ ਹੈ, ਆਪ ਤਾਂ ਨਿਕਲ ਜਾਂਦਾ। ਉਹ ਇੰਨਾ ਸਟਰੋਂਗ ਹੈ ਕਿ ਕੰਧਾਂ ਪਾੜ ਦਿੰਦਾ, ਬਿਲਡਿੰਗ ਢਹਿ ਢੇਰੀ ਹੋ ਜਾਂਦੀ ਹੈ, ਖੰਡਰ ਦੇ ਵਿੱਚੋਂ ਵੀ, ਫਰਸ਼ ਦੇ ਵਿੱਚੋਂ ਵੀ ਉਹ ਆਪਣਾ ਵਜੂਦ ਤਾਂ ਨੂੰ ਲੈ ਜਾਂਦਾ ਹੈ, ਔਰ ਵੱਡਾ ਹੁੰਦਾ ਹੁੰਦਾ ਆਖਰ ਫੈਲ ਜਾਂਦਾ ਹੈ। ਯਾਨੀ ਕਿ ਪੱਥਰਾਂ ਦੇ ਸੀਨੇ ਪਾੜਨ ਦੀ ਵੀ ਉਹਦੇ ਵਿੱਚ ਤਾਕਤ ਹੈ, ਬਿਲਡਿੰਗਾਂ ਦੀਆਂ ਨੀਹਾਂ ਨੂੰ ਦੁਖੇੜ ਕਰ ਦੇਣ ਦੀ ਵੀ ਉਹਦੇ ਵਿੱਚ ਸਮਰੱਥਾ ਹੈ। ਉਹ ਹੈ ਨਿੱਕਾ ਜਿਹਾ ਬੀਜ, ਪਰ ਮੌਕਾ ਮਿਲ ਗਿਆ ਉਸ ਨੂੰ ਵੱਡੇ ਹੋਣ ਦਾ। ਕਿਸੇ ਨੇ ਛੇੜਿਆ ਨਹੀਂ, ਕਿਸੇ ਨੇ ਛਾਂਗਿਆ ਨਹੀਂ, ਕਿਸੇ ਨੇ ਵੱਢਿਆ ਨਹੀਂ, ਕਿਸੇ ਨੇ ਪੁੱਟਿਆ ਨਹੀਂ। ਜਿਉਂ-ਜਿਉਂ ਵੱਡਾ ਹੁੰਦਾ ਗਿਆ, ਜਦੋਂ ਪੂਰੀ ਤਰ੍ਹਾਂ ਫੈਲ ਜਾਂਦਾ ਹੈ, ਫਿਰ ਤਾਂ ਉਹ ਜਿੰਨਾ ਤਾਂ ਹੈ ਉਨਾ ਹੀ ਠਾਂ ਹੈ। ਜਿੰਨਾ ਉਹ 4 ਚੁਫੇਰੇ ਫੈਲ ਗਿਆ ਨਾ, ਉਨੀਆਂ ਹੀ ਜੜ੍ਹਾਂ ਉਹਦੀਆਂ ਥੱਲੇ ਚਲੀਆਂ ਗਈਆਂ, ਦੂਰ ਦੂਰ ਤੱਕ ਉਹਦੀਆਂ ਜੜ੍ਹਾਂ ਇਸ ਤਰ੍ਹਾਂ ਜ਼ਮੀਨ ਉੱਤੇ ਖਿਲਰੀਆਂ ਪਈਆਂ। ਇਹ ਮੈਂ ਕੇਵਲ ਇੱਕ ਉਦਾਹਰਣ ਮਾਤਰ ਗੱਲ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਵਿਚਾਰ ਬੜਾ ਸੂਖਮ ਹੀ ਹੁੰਦਾ ਹੈ। ਸੰਕਲਪ ਤੇ ਫੁਰਨਾ ਬੜੀ ਸੂਖਮ ਜਿਹੀ ਚੀਜ਼ ਹੈ ਜਿਹੜੀ ਸਾਡੇ ਅੰਦਰ ਪੈਦਾ ਹੁੰਦੀ ਹੈ। ਪਰ ਜੇ ਮਾੜੇ ਫੁਰਨੇ ਨੂੰ ਜਗ੍ਹਾ ਮਿਲ ਜਾਏ ਨਾ ਅੰਦਰ ਟਿਕਣ ਦੀ, ਪ੍ਰਫੁੱਲਤ ਹੋਣ ਦੀ, ਉਹ ਵਾਧਾ ਸਾਡੇ ਸਾਰੇ ਜੀਵਨ ਦੇ ਉੱਤੋਂ ਦੀ ਆਪਣਾ ਪ੍ਰਭਾਵ ਸੁੱਟ ਲੈਂਦਾ। ਫਿਰ ਅਸੀਂ ਉਹਦੇ ਗੁਲਾਮ ਹੋ ਜਾਂਦੇ ਹਾਂ, ਉਸ ਫੁਰਨੇ ਦੇ, ਉਸ ਵਿਚਾਰ ਦੇ। ਜੇ ਚੰਗਾ ਫੁਰਨਾ ਜੀਵਨ ਵਿੱਚ ਆਏ ਤੇ ਉਹਨੂੰ ਵਧਣ ਦਾ ਮੌਕਾ ਦੇ ਦਈਏ ਆਪਣੇ ਅੰਦਰ, ਤਾਂ ਉਹ ਵੀ ਵਾਧਾ ਇੰਨਾ ਵੱਧ ਜਾਂਦਾ ਹੈ ਵੀ ਉਹ ਸਾਡੇ ਧਰਮੀ ਜੀਵਨ ਨੂੰ ਦੁਨੀਆ ਸਾਹਮਣੇ ਪ੍ਰਗਟ ਕਰਦਾ ਹੈ। ਸਾਡੇ ਉੱਚੇ ਸੁੱਚੇ ਜੀਵਨ ਦਾ ਦੁਨੀਆ ਦੇ ਸਾਹਮਣੇ ਇੱਕ ਪ੍ਰਮਾਣ ਬਣ ਜਾਂਦਾ ਹੈ। ਔਰ ਅਸੀਂ ਹਮੇਸ਼ਾ ਫਿਰ ਸਚਿਆਰੇ ਹੀ ਬਣ ਕੇ ਜਿਉਂਦੇ ਹਾਂ, ਕਿਉਂਕਿ ਉਹ ਇੰਨਾ ਪ੍ਰਫੁੱਲਤ ਹੋ ਗਿਆ, ਉਹ ਸਾਡੀ ਬਣਤਰ 'ਚ ਆ ਗਿਆ, ਉਹਦਾ ਪ੍ਰਭਾਵ ਸਾਡੇ ਜੀਵਨ ਉੱਤੇ ਪੈ ਗਿਆ। ਬਸ ਇਹ ਸੰਕਲਪ ਤੇ ਵਿਕਲਪ ਦੀ ਖੇਡ ਹੀ ਹੈ ਸਾਰੀ, ਮਨ ਦੇ ਫੁਰਨਿਆਂ ਦੀ ਖੇਡ ਹੀ ਹੈ ਸਾਰੀ। ਜਿਹੋ ਜਿਹਾ ਫੁਰਨਾ ਬੀਜ ਸਾਡੇ ਹਿਰਦੇ ਦੀ ਧਰਤੀ ਤੇ ਡਿੱਗ ਪਿਆ, ਉਹਨੇ ਕਰਮਾਂ ਦੇ ਰਾਹੀਂ ਆਪਣਾ ਆਪ ਪ੍ਰਭਾਵ ਛੱਡਣਾ ਸ਼ੁਰੂ ਕੀਤਾ, ਉਸੇ ਤਰ੍ਹਾਂ ਦਾ ਹੀ ਸਾਡਾ ਜੀਵਨ ਜਿਹੜਾ ਉਹ ਬਣ ਜਾਏਗਾ।
ਤੇ ਇਸੇ ਤਰ੍ਹਾਂ ਹੀ ਖੇਡ, ਬੜੀ ਸੂਖਮ ਚੀਜ਼ ਤੋਂ ਖੇਡ ਆਰੰਭ ਹੋ ਰਹੀ ਹੈ, ਸਾਰੇ ਕਰਮ ਦੀ, ਸਾਰੇ ਸੰਸਕਾਰ ਦੀ, ਔਰ ਇਹ ਸਾਰਾ ਜੀਵਨ ਜੁਗਤੀ, ਜੀਵਨ ਦਾ ਰਾਹ, ਇਹਨੂੰ ਮਹਾਰਾਜ ਨੇ ਕੁਝ ਸ਼ਬਦਾਂ ਰਾਹੀਂ ਬਿਆਨ ਕੀਤਾ। ਇਹਨੂੰ ਪਾਪ ਪੁੰਨ ਕਹਿ ਲਓ, ਸੱਚ ਝੂਠ ਕਹਿ ਲਓ, ਇਸ ਨੂੰ ਧਰਮ ਅਧਰਮ ਕਹਿ ਲਓ, ਇਸੇ ਨੂੰ ਚੰਗਿਆਈ ਤੇ ਬੁਰਿਆਈ। ਗੁਰੂ ਨਾਨਕ ਮਹਾਰਾਜ ਕਹਿ ਰਹੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਨੇਕ ਉਦਮ ਕਰਨੇ ਵੀ ਕਰਨੀ ਹੈ ਤੇ ਮੰਦਾ ਆਚਰਣ ਬਣਾਉਣਾ ਇਹ ਵੀ ਕਰਨੀ ਹੈ, ਤਾਂ ਕਰਨੀ ਹੀ ਦੋਵੇਂ, ਪਰ ਇੱਕ ਚੰਗਿਆਈ ਦੇ ਵਿੱਚ ਵੰਡੀ ਗਈ, ਇੱਕ ਬੁਰਾਈ ਦੇ ਵਿੱਚ। ਕਰਮੀ ਆਪੋ ਆਪਣੀ, ਚੰਗਿਆਈ ਆਪਣੀ ਕਰਮੀ ਹੈ ਤੇ ਬੁਰਾਈ ਆਪਣੀ ਕਰਨੀ ਹੈ। ਤੋ ਜਿਹੋ ਜੀ ਕਰਨੀ ਹੋਏਗੀ ਉਸੇ ਤਰ੍ਹਾਂ ਦੀ ਮੰਜ਼ਲ ਮਨੁੱਖ ਨੂੰ ਪ੍ਰਾਪਤ। ਬਾਣੀ ਨੇ ਇਸੇ ਕਰਕੇ ਕੁਝ ਨੁਕਤੇ ਵਰਤੇ ਨੇ, ਜੈਸੀ ਮਨਸ਼ਾ ਤੈਸੀ ਦਸ਼ਾ। ਜਿਹੋ ਜੀ ਮਨਸ਼ਾ ਹੈ, ਦਸ਼ਾ, ਆਲਾ ਦੁਆਲਾ ਵੀ ਤੁਹਾਡਾ ਉਹੋ ਜਿਹਾ ਹੀ ਤੁਸੀਂ ਬਣਾਉਂਦੇ ਹੋ, ਉਹੋ ਜਿਹੇ ਮਾਹੌਲ ਵਿੱਚ ਜੀਣ ਦੀ ਕੋਸ਼ਿਸ਼ ਕਰਦੇ ਹੋ। ਜਦੋਂ ਮੇਰੇ ਅੰਦਰ ਕੋਈ ਮਾੜਾ ਫੁਰਨਾ ਉੱਠੇ ਤੇ ਮੈਂ ਉਸ ਨੂੰ ਬਾਰ-ਬਾਰ ਪਾਲਣ ਦਾ ਮੌਕਾ ਦਿਆਂ, ਫਿਰ ਪਤਾ ਹੈ ਉਹਨੂੰ ਪਾਲਣ ਵਾਸਤੇ ਦੂਸਰੀ ਚੀਜ਼ ਬੰਦਾ ਕੀ ਲੱਭਦਾ? ਮਾੜੀ ਸੰਗਤ। ਉਹ ਲੋਕ ਲੱਭਦਾ ਜਿੱਥੇ ਇਹ ਅੰਦਰ ਦੀ ਚੀਜ਼ ਚੰਗੀ ਤਰ੍ਹਾਂ ਪ੍ਰਫੁੱਲ। ਜੇ ਉਹਨੂੰ ਲੱਗੇ ਨਾ ਘਰ 'ਚ ਟੋਕਾ ਟਾਕੀ ਹੋ ਰਹੀ ਹੈ, ਜੇ ਉਹਨੂੰ ਲੱਗੇ ਮੈਨੂੰ ਫਲਾਨਾ ਵੀ ਕਹਿੰਦਾ ਗਲਤ ਗੱਲ ਨਾ ਕਰ, ਬਾਰ-ਬਾਰ ਮੈਨੂੰ ਰੋਕਿਆ ਜਾਂਦਾ, ਸਮਝਾਇਆ ਜਾਂਦਾ, ਜੇ ਤਾਂ ਉਹ ਅੰਦਰ ਪ੍ਰਫੁੱਲਤ ਥੋੜਾ ਜਿਹਾ ਲੋੜ ਤੋਂ ਵੱਧ ਹੁੰਦਾ ਹੋ ਰਿਹਾ ਹੋਵੇ, ਤਾਂ ਫਿਰ ਬੰਦਾ ਉਹਨਾਂ ਨਾਲੋਂ ਨਾਤਾ ਤੋੜ ਕੇ ਬਹਿਣਾ ਖਲੋਣਾ ਛੱਡ ਕੇ ਉਹਨਾਂ ਕੋਲ ਬਹਿੰਦਾ ਜਿੱਥੇ ਇਹ ਕਹਿਣ ਵੀ ਠੀਕ ਹੈ ਵਧੀਆ ਰਾਹ ਤੇ ਚੱਲ ਰਿਹਾ। ਕਿਉਂਕਿ ਬੰਦਾ ਚਾਹੁੰਦਾ ਇਹਨੂੰ ਪਾਲਾਂ ਤੇ ਇਹਨੂੰ ਖੁਰਾਕ ਦੇਵਾਂ। ਉਹ ਮਾੜੀ ਸੁਸਾਇਟੀ ਮਾਹੌਲ ਤੋਂ ਬਿਨਾਂ ਉਹਨੂੰ ਖੁਰਾਕ ਮਿਲ ਨਹੀਂ। ਗੁਰੂ ਸਾਹਿਬ ਨੇ ਕਿਉਂ ਕੁ ਸੰਗਤ ਤੇ ਸਤ ਸੰਗਤ ਦਾ ਸਾਨੂੰ ਅਰਥ ਬਾਣੀ ਸਮਝਾਇਆ, ਇਸੇ ਕਰਕੇ ਸਮਝਾਇਆ ਇੱਕ ਐਸੀ ਸੰਗਤ ਹੈ ਜਿੱਥੇ ਤੁਹਾਡੇ ਗੁਣ ਪ੍ਰਫੁੱਲਤ ਹੋਣੇ ਨੇ, ਜਿੱਥੇ ਤੁਹਾਡੀ ਚੰਗਿਆਈ ਧਰਮ ਪ੍ਰਫੁੱਲਤ ਹੋਣਾ ਹੈ। ਇੱਕ ਐਸੀ ਸੰਗਤ ਹੈ ਜਿੱਥੇ ਤੁਹਾਡੇ ਅੰਦਰ ਦੇ ਔਗਣ ਨੂੰ, ਤੁਹਾਡੇ ਅੰਦਰ ਦੇ ਭੈੜੇ ਵਿਚਾਰ ਨੂੰ ਤੇ ਫੁਰਨੇ ਨੂੰ ਹਵਾ ਮਿਲਣੀ ਹੈ ਤੇ ਉਹਨੇ ਪ੍ਰਫੁੱਲਤ ਹੋਣਾ। ਦੋਵਾਂ ਦਾ ਵੱਖਰਾ ਵੱਖਰਾ ਕਰਮ ਹੈ। ਇਸ ਕਰਕੇ ਸੰਸਾਰ ਅੰਦਰ ਮਨੁੱਖ ਉਹ ਸੰਗਤ ਲੱਭਦਾ ਜਿਹੜੀ ਉਹਦੇ ਵਿਚਾਰਾਂ ਦੀ ਹੋ। ਹਮੇਸ਼ਾ ਹੀ ਇਸੇ ਤਰ੍ਹਾਂ ਹੁੰਦਾ। ਭਾਈ ਗੁਰਦਾਸ ਜੀ ਨੇ ਤਾਂ ਇੱਕ ਬੜੀ ਬੇਸ਼ਕੀਮਤੀ ਉਦਾਹਰਣ ਸਾਡੇ ਸਾਹਮਣੇ ਰੱਖੀ। ਉਹ ਕਹਿੰਦੇ ਨੇ ਤੁਸੀਂ ਕਦੇ ਵੇਖਣਾ, ਹਵਾ ਆਈ, ਹਵਾ ਬੱਦਲਾਂ ਨੂੰ ਉਡਾ ਕੇ ਲਿਆਉਂਦੀ ਹੈ ਤੇ ਮੀਂਹ ਪੈ ਜਾਂਦਾ ਹੈ। ਜਦੋਂ ਹਵਾ ਵਗ ਰਹੀ ਹੋਵੇ ਨਾ ਤੇ ਕਈ ਵਾਰ ਕਿਸਾਨ ਤਾਂ ਨੂੰ ਮੂੰਹ ਕਰਕੇ ਵੇਖਦਾ ਹੈ ਮੀਂਹ ਪੈ ਜਾਏਗਾ। ਹਵਾ ਲਿਆਉਂਦੀ ਹੈ ਨਾ ਬੱਦਲ ਉਡਾ ਕੇ, ਮੀਂਹ ਪੈ ਜਾਂਦਾ ਹੈ, ਸਾਰੀ ਖੇਤੀ ਪਲ ਰਹੀ ਹੈ, ਸਾਰੇ ਪਾਸੇ ਚਹਿਲ ਪਹਿਲ ਹੋ ਗਈ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ, ਇੱਕ ਹਵਾ ਆਉਂਦੀ ਹੈ ਬੱਦਲ ਉਡਾ ਕੇ ਲੈ ਆਈ, ਬਿਲਕੁਲ ਐਨ ਸਾਰੇ ਲੋਕ ਤਿਆਰ ਹੋ ਗਏ ਮਾਨਸਿਕ ਤੌਰ ਤੇ ਵੀ ਹੁਣ ਮੀਂਹ ਪੈ ਜਾਏਗਾ। ਪਰ ਅਚਾਨਕ ਕੀ ਹੋਇਆ? ਹਵਾ ਉਲਟੀ ਵਗਣੀ ਸ਼ੁਰੂ ਹੋ ਗਈ, ਆਏ ਬੱਦਲਾਂ ਨੂੰ ਉਡਾ ਕੇ ਲੈ ਗਏ। ਭਾਈ ਗੁਰਦਾਸ ਜੀ ਚੰਗੀ ਤੇ ਮਾੜੀ ਸੰਗਤ ਦੀ ਉਹਨਾਂ ਹਵਾਵਾਂ ਨਾਲ ਤੁਲਨਾ ਕਰਦੇ ਨੇ। ਕਹਿੰਦੇ ਇੱਕ ਸੰਗਤ ਉਹ ਹੈ ਜਿਹੜੀ ਤੁਹਾਡੇ ਜੀਵਨ ਵਿੱਚ ਕੁਝ ਚੰਗੇ ਵਿਚਾਰ, ਚੰਗੇ ਫੁਰਨੇ, ਚੰਗੇ ਖਿਆਲ, ਚੰਗਾ ਮਾਹੌਲ ਲੈ ਕੇ ਆਉਂਦੀ ਹੈ ਪਰ ਤੁਹਾਡੇ ਅੰਦਰੋਂ ਚੰਗਿਆਈ ਫੁੱਟ ਪੈਂਦੀ ਹੈ। ਇੱਕ ਸੰਗਤ ਉਹ ਹੈ ਜਿਹੜੇ ਅੰਦਰ ਤੁਹਾਡੇ ਥੋੜੇ ਬਹੁਤ ਚੰਗੇ ਫੁਰਨੇ ਤੇ ਖਿਆਲ, ਹੁਬ, ਲਗਨ ਹੁੰਦੀ ਵੀ ਹੈ ਨਾ ਚੰਗੇ ਪਾਸੇ ਦੀ, ਉਹਦਾ ਗਲ ਘੁੱਟ ਦਿੰਦੀ ਹੈ, ਉਹਨੂੰ ਪ੍ਰਫੁੱਲਤ ਨਹੀਂ ਹੋਣ ਦਿੰਦੀ, ਉਹਨੂੰ ਵਧਣ ਨਹੀਂ ਦਿੰਦੀ। ਹਰ ਚੀਜ਼ ਨੂੰ ਵਧਣ ਵਾਸਤੇ ਇੱਕ ਮਾਹੌਲ ਚਾਹੀਦਾ ਹੈ। ਇੱਕ ਗੱਲ ਦਾ ਧਿਆਨ ਰੱਖਣਾ, ਬਰਫ਼ ਵਿੱਚ ਉੱਗਣ ਵਾਲੇ ਪੌਦਿਆਂ ਨੂੰ ਤੁਸੀਂ ਰੇਗਿਸਤਾਨ ਵਿੱਚ ਜਾ ਕੇ ਲਾ ਦਿਓ, ਨਹੀਂ ਹੋਣਗੇ। ਜਿਹੜੀਆਂ ਰੇਗਿਸਤਾਨ ਦੇ ਵਿੱਚ ਕੰਡਿਆਲੀਆਂ ਝਾੜੀਆਂ ਨੇ, ਉਸ ਤੇ ਤਪਸ਼ ਵਿੱਚ ਰਹਿਣ ਵਾਲੀਆਂ, ਉਹਨੂੰ ਤੁਸੀਂ ਬਰਫ਼ ਵਿੱਚ ਲਿਆ ਕੇ ਲਾ ਦਿਓ, ਨਹੀਂ ਹੋਣਗੀਆਂ। ਹਰ ਇੱਕ ਚੀਜ਼ ਦਾ ਆਪਣਾ ਆਪਣਾ ਵਾਤਾਵਰਣ ਹੈ ਨਾ। ਉਸ ਵਾਤਾਵਰਣ ਤੋਂ ਬਿਨਾਂ, ਮਾਹੌਲ ਤੋਂ ਬਿਨਾਂ ਕੋਈ ਚੀਜ਼ ਪਲ ਨਹੀਂ ਸਕਦੀ। ਇਸੇ ਤਰ੍ਹਾਂ ਚੰਗਿਆਈ ਨੂੰ ਪਾਲਣ ਲਈ ਵੀ ਕੁਝ ਵਾਤਾਵਰਣ ਦੀ ਜ਼ਰੂਰਤ ਪੈਂਦੀ ਹੈ। ਇਹ ਠੀਕ ਹੈ ਵੀ ਸਾਡੇ ਅੰਦਰ ਗੁਣ ਹੋਣੇ ਚਾਹੀਦੇ ਨੇ, ਪਰ ਗੁਣ ਜੇ 24 ਘੰਟੇ ਅਸੀਂ ਐਸੀ ਸਿਚੁਏਸ਼ਨ ਵਿੱਚ ਰਹੀਏ ਜਿੱਥੇ ਗੁਣਾਂ ਦੀ, ਚੰਗਿਆਈ ਦੀ ਗੱਲ ਹੀ ਨਾ ਚੱਲੇ, ਤੇ ਆਰੰਭ ਦੇ ਪੜਾਅ ਦੇ ਵਿੱਚ ਜਦੋਂ ਸਾਡੇ ਅੰਦਰ ਗੁਣ ਪੈਦਾ ਹੋ ਜਾਂਦੇ ਹਨ, ਚੰਗਿਆਈ ਦਾ ਫੁਰਨਾ ਉੱਠਦਾ ਹੈ, ਉਹ ਉੱਥੇ ਹੀ ਮਾਰਿਆ ਜਾਂਦਾ ਹੈ, ਉੱਥੇ ਹੀ ਖਤਮ ਹੋ ਜਾਂਦਾ ਹੈ। ਜਿਵੇਂ ਛੋਲਿਆਂ ਦੀ ਫਸਲ ਦੇ ਉੱਤੇ ਬਿਜਲੀ ਦੀ ਲਿਸ਼ਕੋਰ ਪੈ ਜਾਏ ਤੇ ਫਲ ਨਹੀਂ ਪੈਂਦਾ, ਕੁਝ ਇਸੇ ਤਰ੍ਹਾਂ ਦੀ। ਹਾਂ, ਜੇ ਤਾਂ ਉਸ ਨੂੰ ਪਾਲ ਲਵੇ ਬੰਦਾ ਤੇ ਦ੍ਰਿੜ ਹੋ ਜਾਏ, ਅੰਦਰ ਬਣਤਰ ਵਿੱਚ ਚੰਗਿਆਈ ਆ ਜਾਏ, ਫਿਰ ਕੋਈ ਖਤਰਾ ਨਹੀਂ। ਪਰ ਮੁੱਢਲੇ ਦੌਰ ਵਿੱਚ ਬੜੇ ਖਤਰੇ ਹਨ। ਜੇ ਸੁਭਾਅ ਤੇ ਸੰਸਕਾਰ ਬਣ ਗਿਆ ਨਾ ਚੰਗਾ, ਫਿਰ ਕੋਈ ਖਤਰਾ ਨਹੀਂ। ਫਿਰ ਭਾਵੇਂ ਲੱਖ ਬੁਰੇ ਹੋਣ ਲੋਕ ਆਲੇ ਦੁਆਲੇ,
ਮਾੜਾ ਮਾਹੌਲ ਹੋਵੇ, ਫਿਰ ਵੀ ਗੁਰੂ ਉੱਥੇ ਜਾ ਕੇ ਫਿਰ ਵੇਖੋ, ਇਹ ਬਚਨ ਸਮਝਣ ਵਾਲੇ ਨੇ ਪੜਾਅਦਾਰ ਪੜਾਅ ਵੀ ਕਿਤੇ ਮਹਾਰਾਜ ਨੇ ਇਹ ਗੱਲ ਕਹੀ ਹੈ ਵੀ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਛ ਲਾਗੇ ਦਾਗ। ਇਹ ਵੀ ਸ਼ਲੋਕ ਕਬੀਰ ਸਾਹਿਬ ਦਾ ਹੀ ਹੈ ਵੀ ਸਾਖਤ ਦੀ ਸੰਗਤ ਤੋਂ ਪਿਆਰਿਆ ਬਚ, ਇਹ ਤੇਰੇ ਜੀਵਨ ਨੂੰ ਦਾਗੀ ਕਰ ਜਾਏਗਾ। ਤੇਰੇ ਜੀਵਨ ਦੀ ਚੰਗਿਆਈ, ਚੰਗੇ ਫੁਰਨੇ, ਚੰਗੇ ਆਚਰਣ, ਚੰਗੇ ਗੁਣਾਂ ਦੀ ਜਿਹੜੀ ਅੰਦਰ ਹੁੱਬ ਤੇ ਲਗਨ ਹੈ ਇਹਨੂੰ ਖਤਮ ਕਰ ਦੇਵੇਗਾ। ਤੇ ਇਹ ਵੀ ਸ਼ਲੋਕ ਕਬੀਰ ਸਾਹਿਬ ਦਾ ਹੀ ਹੈ, ਕਬੀਰ ਸੰਤ ਨਾ ਛੱਡੈ ਸੰਤਈ ਜੋ ਕੋਟਕ ਮਿਲਿਆ ਸੰਤ। ਵੀ ਰੱਬ ਦਾ ਬੰਦਾ ਆਪਣਾ ਚੰਗਾ ਸੁਭਾਅ ਨਹੀਂ ਛੱਡਦਾ, ਭਾਵੇਂ ਕਰੋੜਾਂ ਹੀ ਉਹਦੇ ਲਾਗੇ, ਕੋਟਕ ਦਾ ਅਰਥ ਹੈ ਕਰੋੜਾਂ ਹੀ ਉਹਦੇ ਲਾਗੇ ਭੈੜੀ ਬਿਰਤੀ ਵਾਲੇ ਲੋਕ ਵਸਦੇ ਹੋਣ। ਕਿਉਂਕਿ ਇੱਕ ਪੜਾਅ ਹੈ ਮੁੱਢਲਾ, ਜਿੱਥੇ ਅਜੇ ਬੀਜ ਦਾ ਔਂਕਰ ਫੁੱਟ ਰਿਹਾ, ਉੱਥੇ ਉਹਨੂੰ ਪਾਲਣ ਲਈ ਚੰਗਾ ਮਾਹੌਲ ਚਾਹੀਦਾ। ਉਹ ਬੀਜ ਜਿਸ ਵੇਲੇ ਦਰਖਤ ਬਣ ਗਿਆ ਨਾ, ਉਹਦੀਆਂ ਜੜ੍ਹਾਂ ਪਤਾਲ ਤੱਕ ਚਲੀਆਂ ਗਈਆਂ, ਤੁਹਾਡੀ ਬਣਤਰ ਜੋ ਚੰਗਿਆਈ ਵਸ ਗਈ, ਵੀ ਹੁਣ ਤਾਂ ਇੰਨੀ ਪ੍ਰੈਕਟਿਸ ਹੋ ਚੰਗਿਆਈ ਦੀ ਹੋ ਚੁੱਕੀ, ਹੁਣ ਕੋਈ ਖਤਰਾ ਨਹੀਂ। ਜਿਹਨੂੰ ਅਸੀਂ ਕਹਿੰਦੇ ਦ੍ਰਿੜਤਾ, ਪਰਪੱਕਤਾ ਆ ਗਈ ਜੀਵਨ ਵਿੱਚ, ਹੁਣ ਜੋ ਮਰਜ਼ੀ ਹੁੰਦਾ ਰਹੇ, ਹੁਣ ਕੋਈ ਖਤਰਾ ਨਹੀਂ। ਪਰ ਮੁੱਢਲੇ ਦੌਰ ਵਿੱਚ ਸੰਭਲਣ ਦੀ ਲੋੜ ਸੀ, ਮੁੱਢਲੇ ਦੌਰ ਵਿੱਚ ਆਪਣੇ ਆਪ ਨੂੰ ਟਿਕਾ ਕੇ ਰੱਖਣ ਦੀ ਲੋੜ ਸੀ, ਚੰਗੇ ਮਾਹੌਲ ਦੀ ਲੋੜ ਸੀ। ਇਹੀ ਕਾਰਨ ਹੈ ਸਮਾਜ ਸ਼ਾਸਤਰੀਆਂ ਨੇ ਜਿਸ ਵੇਲੇ ਉਹ ਬੱਚਿਆਂ ਦੇ ਵਿੱਚ ਵਿਗਾੜ ਵੇਖਦੇ ਨੇ ਨਾ, ਤੇ ਇੱਕ ਗੱਲ ਨੋਟ ਕਰਕੇ ਉਹ ਲੋਕਾਂ ਨੂੰ ਦੱਸਦੇ ਹਨ। ਉਹ ਕਹਿੰਦੇ ਨੇ ਬੱਚਾ ਜਨਮ ਤੋਂ ਲੈ ਕੇ ਜਵਾਨੀ ਦੀ ਦਹਲੀਜ਼ ਤੇ ਪਹੁੰਚਦਾ ਹੈ ਤੇ ਉਹਦੇ ਹਾਰਮੋਨ ਚੇਂਜ ਹੁੰਦੇ ਹਨ, ਉਹਦੇ ਸਰੀਰ ਵਿੱਚ, ਸੋਚ ਵਿੱਚ ਤਬਦੀਲੀਆਂ ਆਉਂਦੀਆਂ ਹਨ। ਉਹ ਇੱਕ ਐਸੀ ਅਵਸਥਾ ਵਿੱਚੋਂ ਨਿਕਲ ਰਿਹਾ ਹੁੰਦਾ ਜਿੱਥੇ ਉਹਦੇ ਸਰੀਰ ਦੇ ਵਿੱਚ ਜੋਸ਼ ਆਉਂਦਾ, ਤਾਕਤ ਆਉਂਦੀ ਹੈ, ਔਰ ਉਹ ਇੱਕ ਨਵੇਂ ਜੀਵਨ ਵਾਲੇ ਪਾਸੇ ਨੂੰ ਤੁਰਦਾ ਹੈ। ਬਸ ਉਹ ਏਜ ਦਾ, ਉਮਰ ਦਾ ਇੱਕ ਪੜਾਅ ਹੈ। ਜੇ ਤਾਂ ਉਹਨੂੰ ਉੱਥੋਂ ਸਹੀ ਦਿਸ਼ਾ ਮਿਲ ਗਈ, ਤਜਰਬੇਕਾਰ ਸਿਆਣੇ ਪਰਿਵਾਰ ਦੇ ਲੋਕਾਂ ਨੇ ਉਹਨੂੰ ਸੰਭਾਲ ਲਿਆ, ਤੇ ਫਿਰ ਉਹ ਸਾਰੀ ਜ਼ਿੰਦਗੀ ਨਹੀਂ ਡੋਲਦਾ। ਤੇ ਜੇ ਇੱਕ ਵਾਰ ਉੱਥੇ ਜਾ ਕੇ ਉਹ ਖੁੰਝ ਗਿਆ ਨਾ ਉਸ ਪੜਾਅ ਦੇ ਉੱਤੇ, ਤੇ ਫਿਰ ਉਹਦੇ ਕਈ ਵਾਰ ਸਾਰੀ ਉਮਰ ਪੈਰ ਹੀ ਨਹੀਂ ਲੱਗਦੇ, ਉਖੜ ਜਾਂਦਾ। ਕਿਉਂ ਕਿਹਾ ਉਹਨਾਂ ਨੇ? ਕਿਉਂਕਿ ਉਸ ਵੇਲੇ ਉਹਦੇ ਅੰਦਰ ਜੋਸ਼ ਹੈ, ਤਾਕਤ ਹੈ, ਸਰੀਰ 'ਚ ਤਾਕਤ ਆ ਰਹੀ ਹੈ, ਸੋਚ ਉਹਦੀ ਬਦਲ ਰਹੀ ਹੈ, ਹਾਰਮੋਨ ਚੇਂਜ ਹੋ ਰਹੇ ਹਨ, ਆਵਾਜ਼ ਬਦਲ ਰਹੀ, ਸਾਰਾ ਕੁਝ ਇੱਕ ਵੱਡੀ ਤਬਦੀਲੀ ਉਹਦੇ ਜੀਵਨ ਵਿੱਚ, ਸਰੀਰ ਵਿੱਚ, ਸੋਚ ਵਿੱਚ ਰਲਾ ਮਿਲਾ ਕੇ ਵਾਪਰਦੀ ਹੈ। ਉੱਥੇ ਹੁਣ ਉਹਨੂੰ ਸਹੀ ਡਾਇਰੈਕਸ਼ਨ ਦੀ ਲੋੜ ਸੀ। ਉੱਥੇ ਤੁਸੀਂ ਜਿਹੋ ਜਿਹਾ ਚਾਹੁੰਦੇ ਭਾਂਡਾ ਘੜ ਸਕਦੇ ਸੀ। ਪਰ ਬਹੁਤ ਵਾਰ ਵੇਖਿਆ ਗਿਆ, ਮੈਂ ਅੱਗੇ ਵੀ ਇੱਕ ਵਾਰ ਇਹ ਬੇਨਤੀ ਕੀਤੀ ਸੀ ਵੀ ਅਸੀਂ ਬੱਚੇ ਨੂੰ ਜਨਮ ਦੇ ਕੇ ਬਹੁਤ ਖੁਸ਼ੀ ਮਨਾਉਂਦੇ ਹਾਂ, ਮਨਾਉਣੀ ਵੀ ਚਾਹੀਦੀ ਹੈ, ਰੱਬ ਦੀ ਦਾਤ ਹੈ। ਪਰ ਉਹ ਜਿਹੜੀ ਦਾਤ ਸਾਨੂੰ ਮਿਲੀ ਏਡੀ ਵੱਡੀ ਕੁਦਰਤ ਵੱਲੋਂ, ਅਸੀਂ ਉਸ ਨੂੰ ਜਿਸ ਵੇਲੇ ਪਾਲਦੇ ਹਾਂ ਬੜੇ ਚਾਅ ਨਾਲ, ਜਦੋਂ ਤੁਰਨ ਫਿਰਨ, ਬੋਲਣ ਤੇ ਚੱਲਣ ਫਿਰਨ ਤੇ ਆਪਣੀਆਂ ਕੁਝ ਜ਼ਿੰਮੇਵਾਰੀਆਂ ਸੰਭਾਲਣ ਦਾ ਉਹਦੇ ਅੰਦਰ ਯੋਗਤਾ ਪੈਦਾ ਹੋ ਜਾਂਦੀ ਹੈ, ਫਿਰ ਅਸੀਂ ਉਹਨੂੰ ਕੱਲਾ ਦੁਨੀਆ ਗੋਚਰਾ ਛੱਡ ਦਿੰਦੇ ਵੀ ਹੁਣ ਦੁਨੀਆ ਇਹਨੂੰ ਜੋ ਬਣਾਉਣਾ ਚਾਹੁੰਦੀ ਹੈ ਬਣਾ ਲਵੇ। ਤੇ ਜਿੰਨੇ ਚਿਰ ਨੂੰ ਅਸੀਂ ਆਪਣੇ ਸਾਰੇ ਕੰਮਕਾਰ ਕਰਕੇ ਨਾ, ਜੋ ਅਸੀਂ ਮਿਥਿਆ ਹੁੰਦਾ, ਵਾਪਸ ਆਉਂਦੇ ਆ, ਸਾਡੇ ਆਉਂਦਿਆਂ ਨੂੰ ਬੱਚਾ ਸਾਡੇ ਹੱਥ 'ਚ ਹੀ ਨਹੀਂ ਹੁੰਦਾ। ਹੈਰਾਨ ਹੁੰਦੇ ਆ। ਫਿਰ ਉਹਨੂੰ ਅਸੀਂ ਵਾਸਤਾ ਵੀ ਪਾਉਂਦੇ ਹਾਂ, ਪੁੱਤ ਤੈਨੂੰ ਜਨਮ ਦਿੱਤਾ ਹੈ, ਤੈਨੂੰ ਪਾਲਿਆ ਹੈ, ਹਰ ਲੋੜ ਪੂਰੀ ਕੀਤੀ ਹੈ, ਇਸ ਤਰ੍ਹਾਂ ਨਾ ਕਰ। ਤੁਸੀਂ ਉਹਨੂੰ ਜਨਮ ਦਿੱਤਾ ਹੈ, ਉਹਨੂੰ ਪਾਲਿਆ, ਉਹਦੀ ਗੰਦਗੀ ਧੋਤੀ, ਉਹਨੂੰ ਖਵਾਇਆ ਪਿਆਇਆ, ਜਦੋਂ ਕੁਝ ਲੋੜਾਂ ਪੂਰੀਆਂ ਕਰਨ ਗੋਚਰਾ ਹੋ ਗਿਆ, ਉਹਨੂੰ ਤੁਸੀਂ ਛੱਡ ਦਿੱਤਾ। ਘੜਿਆ ਉਹਨੂੰ ਕਿਹਨੇ? ਘੜਿਆ ਲੋਕਾਂ ਨੇ। ਜਿਹੜੀ ਸੰਗਤ ਵਿੱਚ ਉਹ ਬੈਠਿਆ ਨਾ, ਉਹਨੇ ਘੜਿਆ ਉਹਨੂੰ। ਉਹਦੀ ਸੋਚ ਵਿੱਚ, ਉਹਦੇ ਬ੍ਰੇਨ ਵਿੱਚ, ਉਹਦੇ ਦਿਮਾਗ ਵਿੱਚ ਗੱਲ ਵਿਚਾਰ ਉਹ ਕੰਮ ਕਰ ਰਹੇ ਜਿਹੜੀ ਸੰਗਤ ਵਿੱਚ ਉਹ ਬੈਠੇ। ਬੱਚਾ ਤੇ ਤੁਹਾਡਾ ਹੀ ਹੈ, ਜਨਮ ਵੀ ਤੁਸੀਂ ਦਿੱਤਾ, ਪਾਲਿਆ ਵੀ ਤੁਸੀਂ, ਕੋਈ ਦੋ ਰਾਏ ਨਹੀਂ ਇਸ ਵਿੱਚ। ਪਰ ਉਹਦੇ ਅੰਦਰ ਜਿਹੜੀ ਚੀਜ਼ ਵਰਕ ਕਰ ਰਹੀ ਹੈ ਨਾ, ਉਹ ਤੁਸੀਂ ਨਹੀਂ ਪਾਈ, ਉਹ ਕਿਸੇ ਨੇ ਪਾਈ ਹੈ, ਉਹ ਬਾਹਰੋਂ ਪਾਈ। ਇਸ ਕਰਕੇ ਕੰਮ ਉਹਦੇ ਹਿਸਾਬ ਨਾਲ ਚੱਲੇਗਾ। ਜਿਹਦੇ ਹੱਥ ਵਿੱਚ ਗੱਡੀ ਦਾ ਸਟੀਅਰਿੰਗ ਹੈ, ਗੱਡੀ ਤੇ ਉਹ ਚਲਾਏਗਾ। ਠੀਕ ਹੈ, ਤੁਸੀਂ ਉਹਨੂੰ ਬਣਾਇਆ, ਤੁਸੀਂ ਉਹਨੂੰ ਸਾਫ਼ ਕੀਤਾ, ਚਲਾਏਗਾ ਡਰਾਈਵਰ ਹੀ ਉਹਨੂੰ ਆਪਣੀ ਮਰਜ਼ੀ ਨਾਲ। ਤਾਂ ਸੰਗਤ ਨੇ ਉਹਦੇ ਉੱਤੇ ਜੋ ਇਫੈਕਟ ਪਾ ਦਿੱਤੇ ਨੇ, ਮਾਹੌਲ ਨੇ, ਜੋ ਉਹਨੂੰ ਤਜਰਬਾ, ਸਿਆਣਪ, ਸੋਝੀ ਮਿਲਣੀ ਚਾਹੀਦੀ ਸੀ, ਉਹ ਮੌਕੇ ਉੱਤੇ ਨਾ ਮਿਲ ਸਕੀ। ਇਸ ਕਰਕੇ ਕਈ ਵਾਰ ਉਲਝਣ ਜੀਵਨ ਭਰ ਦੀ ਖੜੀ ਵੀ ਹੋ ਜਾਂਦੀ ਹੈ। ਇਹ ਕੁਝ ਸਮਾਜ ਸ਼ਾਸਤਰੀਆਂ ਦਾ ਬੱਚਿਆਂ ਦੀ ਇਹ ਸੇਧ ਬਾਰੇ ਕਹਿਣਾ ਹੈ। ਔਰ ਇਹ ਉਦਾਹਰਣ ਮੈਂ ਤੁਹਾਨੂੰ ਇਸ ਕਰਕੇ ਦਿੱਤੀ ਹੈ ਵੀ ਇਹਦੇ 'ਚੋਂ ਅਸੀਂ ਸੇਧ ਵੀ ਲੈ ਲਈਏ ਤੇ ਆਪਣੇ ਵਿਸ਼ੇ ਦੀ ਗੱਲ ਵੀ ਇਹ ਸਮਝ ਲਈਏ ਵੀ ਇਸੇ ਤਰ੍ਹਾਂ ਸਾਡੇ ਅੰਦਰ ਜਦੋਂ ਕੋਈ ਚੰਗਾ ਫੁਰਨਾ ਪੈਦਾ ਹੁੰਦਾ ਹੈ,
ਜਦੋਂ ਸਾਡੇ ਅੰਦਰ ਕੋਈ ਖਿਆਲ ਉਪਜਦਾ ਹੈ, ਕੋਈ ਸੰਕਲਪ ਤੇ ਵਿਚਾਰ ਸਾਡੇ ਅੰਦਰ ਪੈਦਾ ਹੁੰਦਾ ਹੈ, ਜਾਂ ਅਸੀਂ ਕਿਤੋਂ ਸੁਣਦੇ ਹਾਂ, ਉਹਨੂੰ ਸੁਣ ਕੇ ਵਿਚਾਰ ਕੇ ਜਾਂ ਅੰਦਰ ਪੈਦਾ ਹੋਏ ਫੁਰਨੇ ਨੂੰ ਛੱਡਣ ਦੀ ਲੋੜ ਨਹੀਂ, ਉਹਨੂੰ ਪਾਲਣ ਦੀ ਲੋੜ ਹੁੰਦੀ ਹੈ। ਜੇ ਅਸੀਂ ਆਪਣੇ ਜੀਵਨ ਵਿੱਚ ਕੁਝ ਚੰਗਾ ਚਾਹੁੰਦੇ ਹਾਂ, ਉਹਨੂੰ ਪਾਲਣ ਵਾਸਤੇ ਸੰਗਤ ਦੀ ਲੋੜ ਪਏਗੀ। ਬੜੀ ਸੁਚੇਤ ਹੋ ਕੇ ਉਸ ਨੂੰ ਨਿੱਕੇ ਜਿਹੇ, ਤੁਸੀਂ ਵੇਖਿਆ ਨਹੀਂ, ਅਸੀਂ ਜਦੋਂ ਕੋਈ ਪੌਦਾ ਲਾਈਏ ਜ਼ਮੀਨ ਵਿੱਚ ਤਾਂ ਉਹ ਜਦੋਂ 10-15 ਇੰਚ ਉੱਚਾ ਹੋ ਜਾਏ, 2-4 ਫੁੱਟ ਹੋ ਜਾਏ, ਤੇ ਅਸੀਂ ਉਹਦੇ ਆਲੇ ਦੁਆਲੇ ਕਈ ਵਾਰ ਇੱਟਾਂ ਰੱਖ ਦਿੰਦੇ ਸਾਂ, ਲੋਹੇ ਦਾ ਜੰਗਲਾ ਲਾਉਣ ਲੱਗ ਪਏ। ਇਸ ਕਰਕੇ ਵੀ ਹਵਾ ਤੇਜ਼ ਵਗਦੀ ਹੈ, ਕਿਤੇ ਇਹਨੂੰ ਤੋੜ ਨਾ ਜਾਏ, ਅਵਾਰਾ ਪਸ਼ੂ ਇਹਨੂੰ ਖਾ ਨਾ ਜਾਏ, ਇਹਨੂੰ ਮਿੱਧ ਨਾ ਜਾਏ। ਵੱਡਾ ਹੋ ਜਾਂਦਾ ਜਿਸ ਵੇਲੇ ਉਹਦੀਆਂ ਜੜ੍ਹਾਂ ਡੂੰਘੀਆਂ ਹੋ ਗਈਆਂ, ਤਣਾ ਮੋਟਾ ਹੋ ਗਿਆ, ਫਿਰ ਅਸੀਂ ਉਹ ਇੱਟਾਂ ਚੁੱਕ ਕੇ ਪਾਸੇ ਕਰਦੇ ਹਾਂ। ਹੁਣ ਇਹਨੂੰ ਕੋਈ ਖਤਰਾ ਨਹੀਂ, ਹੁਣ ਇਹਦੀਆਂ ਜੜ੍ਹਾਂ ਪੱਕ ਗਈਆਂ ਨੇ, ਹੁਣ ਇਹਦੀਆਂ ਜੜ੍ਹਾਂ ਡੂੰਘੀਆਂ ਲੱਗ ਗਈਆਂ ਨੇ, ਹੁਣ ਇਹਨੂੰ ਹਵਾ ਤੋੜ ਨਹੀਂ ਸਕਦੀ, ਤੇ ਨਾ ਹੀ ਇਹਨੂੰ ਕੋਈ ਪਸ਼ੂ ਖਾ ਸਕਦਾ, ਤੇ ਨਾ ਕੋਈ ਮਿੱਧ ਸਕਦਾ। ਯਾਨੀ ਕਿ ਜਿਹੜਾ ਖਤਰਾ ਸੀ ਨਾ ਉਹਦੇ ਉੱਤੇ ਮੋਟੇ ਰੂਪ ਵਿੱਚ, ਉਹ ਮੋਟਾ ਖਤਰਾ ਉਹਦੇ ਤੋਂ ਟਲ ਗਿਆ, ਵੱਡਾ ਖਤਰਾ ਟਲ ਗਿਆ। ਹੁਣ ਉਹ ਆਪਣਾ ਆਪ ਸੰਭਾਲ ਸਕਦਾ ਹੈ, ਤਿੱਖੀਆਂ ਹਵਾਵਾਂ ਦਾ ਸਾਹਮਣਾ ਕਰ ਸਕਦਾ ਹੈ। ਹੁਣ ਉਹਨੂੰ ਪਸ਼ੂ ਖਾ ਨਹੀਂ ਸਕਦੇ, ਕੋਈ ਉਹਨੂੰ ਪੈਰਾਂ ਥੱਲੇ ਮਿੱਧ ਨਹੀਂ ਸਕਦਾ। ਹੁਣ ਉਹਦਾ ਆਕਾਰ, ਤਾਕਤ ਵੱਧ ਗਈ ਹੈ। ਇਹੀ ਕੁਝ ਸਾਡੇ ਜੀਵਨ ਦੇ ਅੰਦਰ ਮਾਨਸਿਕ ਤੌਰ ਉੱਤੇ ਵਾਪਰਦਾ ਹੈ, ਸਾਡੇ ਬਾਹਰੀ ਰੂਪ ਵਿੱਚ ਵਾਪਰਦਾ ਹੈ। ਇਸ ਨੂੰ ਅਸੀਂ ਹਰ ਜਗ੍ਹਾ ਦੇ ਉੱਤੇ ਵਾਪਰਦਾ ਹੋਇਆ ਵੇਖਾਂਗੇ। ਇਸ ਵਾਸਤੇ ਸਤਿਗੁਰੂ ਨੇ ਬਾਣੀ 'ਚ, ਗੁਰੂ ਅਰਜਨ ਸਾਹਿਬ ਜੀ ਨੇ ਸੰਕੇਤ ਕਰਦਿਆਂ ਸਾਨੂੰ ਸਮਝਾਇਆ, ਨੇ ਬਿਲੰਬ ਧਰਮੰ, ਧਰਮ ਦਾ ਕੰਮ ਕਰਦੇ ਆ ਦੇਰੀ। ਚੰਗਾ ਪੁੰਨਾ ਆਇਆ ਨਾ, ਉਹਨੂੰ ਉਸੇ ਵੇਲੇ ਤਿਆਰ ਹੋ ਕੇ ਇੰਪਲੀਮੈਂਟ, ਅਪਲਾਈ ਕਰ, ਅਭਿਆਸ ਕਰ ਉਹਦਾ, ਉਹ ਪੱਕ ਜਾਏਗਾ। ਉਹਨੂੰ ਛੱਡ ਨਾ। ਬੀਜ ਮਿਲਿਆ ਤੈਨੂੰ ਬੜਾ ਕੀਮਤੀ, ਉਹਨੂੰ ਬੀਜ ਦੇ ਤਾਂ ਕਿ ਉਹਨੂੰ ਫਲ ਲੱਗੇ। ਅਸੀਂ ਬੀਜ ਬਹੁਤ ਇਕੱਠੇ ਕਰਦੇ ਹਾਂ, ਪਰ ਇਕੱਠੇ ਕਰ ਕਰਕੇ ਡੂੰਘੇ ਟੋਏ ਵਿੱਚ ਸੁੱਟੀ ਜਾਂਦੇ ਆ, ਜਿੱਥੋਂ ਉਗਦੇ ਨਹੀਂ, ਉਗਦੇ ਨਹੀਂ। ਇਸ ਕਰਕੇ ਉਹਨਾਂ ਬੀਜਾਂ ਨੂੰ ਧਰਤੀ ਚਾਹੀਦੀ ਹੈ। ਧਰਤੀ ਕਾਦੀ ਹੈ? ਕਰਮ ਦੀ। ਅਮਲ ਕਰ ਧਰਤੀ, ਬੀਜ ਸ਼ਬਦੋਂ ਕਾ। ਸ਼ਬਦ ਕਹਿੰਦੇ ਹਨ ਸਿਫਤ ਨੂੰ, ਸਲਾਹ ਨੂੰ, ਵਡਿਆਈ ਨੂੰ, ਰੱਬ ਦੇ ਗੁਣਾਂ ਨੂੰ। ਰੱਬ ਦੇ ਗੁਣ ਨੂੰ, ਗੁਰੂ ਦੇ ਉਪਦੇਸ਼ ਨੂੰ ਬੀਜ ਬਣਾ ਤੇ ਅਮਲ ਦੀ ਧਰਤੀ ਬਣਾ। ਭਾਵ ਉਹਨੂੰ ਮੰਨ ਕੇ ਵੇਖ, ਉਹਨੂੰ ਹੰਢਾ ਕੇ ਜੀ ਕੇ ਵੇਖ, ਉਹ ਪੱਕ ਜਾਏਗਾ, ਉਗ ਪਵੇਗਾ। ਤੇ ਜੇ ਤੂੰ ਬੀਜਦਾ ਹੀ ਨਹੀਂ, ਬੀਜ ਭਾਵੇਂ ਕਿੰਨਾ ਵੀ ਕੀਮਤੀ, ਉਹ ਫਲ ਥੋੜੀ ਦੇ ਸਕਦਾ। ਬਹੁਤ ਮਹਿੰਗਾ ਬੀਜ ਅਸੀਂ ਲੈ ਆਈਏ, ਪਰ ਉਹਨੂੰ ਜ਼ਮੀਨ 'ਚ ਨਾ ਬੀਜੀਏ ਤੇ ਉਹ ਫਲ ਨਹੀਂ ਦੇ ਸਕਦਾ। ਫਲ ਉਹਨੇ ਤਾਂ ਦੇਣਾ, ਫਲੀਭੂਤ ਤਾਂ ਹੋਣਾ ਜੇ ਉਹਨੂੰ ਤੁਸੀਂ ਮਿੱਟੀ ਵਿੱਚ, ਜ਼ਮੀਨ ਵਿੱਚ ਬੀਜਦੇ ਹੋ। ਇਸ ਨੂੰ ਕਿਹਾ ਕਰਮ ਭੂਮ ਮੈਂ ਬੋਓ ਨਾਮ, ਪੂਰਨ ਹੋਏ ਤੁਮਾਰਾ ਕੰਮ। ਮਹਾਰਾਜ ਕਹਿੰਦੇ ਕਰਮਾਂ ਦੀ ਭੂਮੀ ਵਿੱਚ ਇਸ ਬੀਜ ਨੂੰ ਸੁੱਟ। ਇਹ ਕਰਮਾਂ ਦੀ ਭੂਮੀ ਦੀ ਮੰਗ ਕਰਦਾ ਹੈ। ਅਮਲ ਦੀ ਧਰਤੀ ਚਾਹੀਦੀ ਹੈ ਇਸ ਨੂੰ ਪ੍ਰਫੁੱਲਤ ਹੋਣ ਵਾਸਤੇ। ਤੋਂ ਵੱਡਾ ਕੀਮਤੀ ਵਿਚਾਰ ਵੀ ਜੇ ਅਮਲ ਤੇ ਕਰਮ ਤੱਕ ਨਹੀਂ ਪਹੁੰਚਦਾ ਤਾਂ ਉਹ ਫਲ ਨਹੀਂ ਦਿੰਦਾ, ਫਲੀਭੂਤ ਨਹੀਂ ਹੁੰਦਾ। ਜੋ ਉਸਨੇ ਪੈਦਾ ਕਰਨਾ ਹੈ ਨਾ, ਜੀਵਨ ਨੂੰ ਪੈਦਾ ਨਹੀਂ ਕਰ ਪਾਉਂਦਾ। ਉੱਥੇ ਜਾ ਕੇ ਕਬੀਰ ਸਾਹਿਬ ਨੇ ਆਖਿਆ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ। ਗੁਰੂ ਤਾਂ ਕੀਮਤੀ ਚੀਜ਼ ਬੀਜ ਦੇ ਸਕਦਾ ਹੈ ਨਾ ਤੁਹਾਨੂੰ, ਉਹ ਵੀ ਕੀ ਕਰੇਗਾ। ਯੂਨੀਵਰਸਿਟੀ ਵਿੱਚ ਬੜੇ ਵੱਡੇ ਡਾਕਟਰ ਬੈਠੇ ਹਨ ਜਿਹੜੇ ਖੇਤੀ ਦੇ ਮਾਹਰ ਨੇ। ਉਹ ਬੜੀਆਂ ਤਜਰਬੇ ਕਰਕੇ ਬੜਾ ਸੁਧਰਿਆ ਹੋਇਆ ਬੀਜ ਉਹ ਬਣਾ ਕੇ ਦਿੰਦੇ ਨੇ। ਫਿਰ ਬੜਾ ਮਹਿੰਗਾ ਵਿਕਦਾ ਹੈ ਉਹ, ਕਿਉਂਕਿ ਉਹਦੇ ਤੇ ਜੋ ਖਰਚਾ ਆ ਗਿਆ। ਕਿਸਾਨ ਨੂੰ ਕਹਿੰਦੇ ਨੇ ਬੀਜ, ਇਹਨੂੰ ਬਿਮਾਰੀ ਵੀ ਨਹੀਂ ਲੱਗੇਗੀ, ਇਹ ਫਸਲ ਵੀ ਵੱਧ ਪੈਦਾ ਕਰੇਗਾ। ਪਰ ਹੁਣ ਅਗਲੀ ਮਰਜ਼ੀ ਤੇ ਕਿਸਾਨ ਦੀ ਹੈ ਨਾ। ਉਹਨੂੰ ਬੀਜੇ, ਬੀਜਣ ਤੋਂ ਬਾਅਦ ਉਹਨੂੰ ਪਾਲੇ, ਫੇਰ ਹੀ ਉਹ ਫਲੀਭੂਤ ਹੋਏਗਾ। ਯਾਨੀ ਕਿ ਉਹਦਾ ਵੀ ਇੱਕ ਪ੍ਰੋਸੈਸ ਹੈ, ਇੱਕ ਸਫ਼ਰ ਹੈ, ਇੱਕ ਕੋਸ਼ਿਸ਼ ਹੈ ਉਹਦੇ ਉੱਤੇ ਕਰਨੀ ਪੈਂਦੀ ਹੈ। ਜੇ ਉਹ ਸਾਰੀ ਨਾ ਹੋਈ ਤੇ ਉਹ ਯੂਨੀਵਰਸਿਟੀ ਵਾਲਾ ਭਾਵੇਂ ਲੱਖ ਤਾਰੀਫਾਂ ਕਰੀ ਜਾਏ, ਤੇ ਬੀਜ ਵੀ ਭਾਵੇਂ ਬਹੁਤ ਵਧੀਆ ਹੋਵੇ, ਫਲ ਵੀ ਵਾਧੂ ਦੇਣ ਵਾਲਾ ਹੋਵੇ, ਤੇ ਜੇ ਉਹਨੂੰ ਕੋਈ ਜ਼ਮੀਨ 'ਚ ਸੁੱਟ ਹੀ ਨਹੀਂ ਰਿਹਾ ਤੇ ਗੱਲ ਅੱਗੇ ਕਿਵੇਂ ਤੁਰੇਗੀ। ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ। ਗੁਰੂ ਨੇ ਜੋ ਜੀਵਨ ਜੁਗਤੀ ਬਖਸ਼ਿਸ਼ ਕਰਨੀ ਹੈ, ਉਹਨੂੰ ਹੰਡਾਉਣਾ ਤੇ ਅਸੀਂ ਹੈ ਨਾ, ਮੈਂ ਹੰਡਾਉਣਾ ਹੈ ਉਹਨੂੰ। ਮੰਨਣਾ ਤੇ ਮੈਂ ਹੈ ਆਪਣੇ ਜੀਵਨ ਵਿੱਚ, ਕਮਾਉਣਾ ਤੇ ਮੈਂ ਹੈ, ਕਰਮ ਤਾਂ ਮੈਂ ਉਹਦੇ ਤੇ ਕਰਨਾ ਹੈ, ਅਮਲ ਤੇ ਮੈਂ ਕਰਨਾ ਹੈ। ਜਦੋਂ ਅਮਲ ਤੇ ਕਰਮ ਦੀ ਧਰਤੀ ਉੱਤੇ ਨਾ ਡਿੱਗੀ, ਪ੍ਰਫੁੱਲਤ ਨਹੀਂ ਹੋਏਗੀ। ਸੋ ਗੁਰੂ ਨੇ ਤਾਂ ਸਾਨੂੰ ਬਾਣੀ ਦੇ ਰਾਹੀਂ ਪ੍ਰੇਰਣਾ ਕਰਕੇ ਕਿਹਾ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਹੀਂ ਨਹੀਂ। ਰੁੱਤ ਲੰਘ ਜਾਏ, ਕੁਰੁੱਤਾ ਬੀਜ ਬੀਜੇ ਨਹੀਂ ਜੰਮੇ।
ਸਭ ਲਾਹਾ ਮੂਲ ਗਵਾਵਣਿਆ। ਮਹਾਰਾਜ ਕਹਿੰਦੇ ਕੁਰਤਾ ਕਹਿੰਦੇ ਰੁੱਤ ਗਈ ਤੋਂ ਬਾਅਦ ਵਿੱਚ ਅਸੀਂ ਬੀਜ ਪਾ ਦਈਏ ਨਾ ਜ਼ਮੀਨ ਵਿੱਚ, ਤੇ ਬੀਜ ਵੀ ਚਲਿਆ ਜਾਂਦਾ ਹੈ ਤੇ ਉੱਗਦਾ ਵੀ ਕੱਖ ਨਹੀਂ, ਮੂਲ ਵੀ ਚਲਿਆ ਗਿਆ, ਪੈਦਾ ਵੀ ਕੱਖ ਨਹੀਂ ਹੋਇਆ। ਤੋ ਦੂਸਰਾ ਕਹਿੰਦਾ ਭਲਿਆ ਤੂੰ ਤੇ ਕੁਰਤਾ ਬੀਜ ਰਿਹਾ, ਇਹਦੀ ਤਾਂ ਰੁੱਤ ਹੀ ਲੰਘ ਗਈ ਹੈ, ਜਿਹੜਾ ਬੀਜ ਤੂੰ ਚੁੱਕੀ ਬੈਠਾ। ਕਈ ਵਾਰ ਬੀਜ ਨੂੰ ਬੀਜਣ ਦੀ ਰੁੱਤ ਵੀ ਹੁੰਦੀ ਹੈ, ਜੇ ਰੁੱਤ ਲੰਘ ਜਾਏ ਬੀਜ ਵੀ ਚਲਿਆ ਜਾਂਦਾ ਹੈ, ਫਾਇਦਾ ਵੀ ਕੁਝ ਨਹੀਂ। ਤੋ ਅਸੀਂ ਕਈ ਵਾਰ ਕੁਰਤੇ ਬੀਜ ਬੀਜਦੇ ਹਾਂ। ਜਿਹੜੇ ਵਿਚਾਰ ਬੱਚੇ ਨੂੰ ਪਹਿਲਾਂ ਦੇਣੇ ਚਾਹੀਦੇ ਸਨ, ਜਵਾਨੀ ਦੀ ਦਹਲੀਜ਼ ਤੇ ਦੇਣੇ ਚਾਹੀਦੇ ਸਨ, ਉਦੋਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਥੱਕ ਕੇ ਹੰਭ ਕੇ ਬੈਠ ਜਾਂਦੇ ਹਾਂ। ਤਾਂ ਹੁਣ ਕੀ ਫਾਇਦਾ, ਹੁਣ ਕੀ ਲਾਭ ਹੋਏਗਾ? ਹਰ ਚੀਜ਼ ਦਾ ਇੱਕ ਸਮਾਂ ਵੀ ਹੈ। ਜਿਹੜੇ ਕੰਮ ਮੈਂ ਹੁਣ ਵਾਲੀ ਉਮਰ ਵਿੱਚ ਕਰ ਸਕਦਾ ਨਾ, ਉਹ ਬਾਅਦ ਨਹੀਂ ਹੋ ਸਕਦੇ, ਤੇ ਜਿਹੜੇ ਬਾਅਦ ਵਾਲੀ ਉਮਰ ਵਿੱਚ ਹੋਣੇ ਨੇ, ਜੋ ਵੀ ਵਕਤ ਖੁੰਝਾ ਲਿਆ, ਤੇ ਫਿਰ ਬੈੱਡ ਤੇ ਪਿਆ ਬੰਦਾ ਭਾਵੇਂ ਲੱਖ ਪਲਾਨ ਘੜੀ ਜਾਏ, ਸਕੀਮਾਂ ਬਣਾਈ ਜਾਏ ਵੀ ਜੇ ਐਵੇਂ ਕਰ ਹੋਵੇ ਨਾ ਤੇ ਐਵੇਂ ਹੁੰਦਾ, ਵੀ ਜਦੋਂ ਤੇਰੀ ਵਾਰੀ ਸੀ ਭਲਿਆ ਤੂੰ ਹੱਥ ਨਹੀਂ ਹਿਲਾਇਆ, ਮਿਹਨਤ ਨਹੀਂ ਕੀਤੀ, ਹੁਣ ਕੀ ਲਾਭ ਹੈ? ਵੀ ਜਦੋਂ ਇਹਨੂੰ ਪ੍ਰਫੁੱਲਤ ਕਰਨ ਦੀ ਗੱਲ ਸੀ ਉਦੋਂ ਕੀਤਾ ਕੱਖ ਨਹੀਂ। ਖਿਮਾ ਕਰਨਾ, ਅਸੀਂ ਵੀ ਸਾਰੇ ਇਸੇ ਤਰ੍ਹਾਂ ਹੀ ਸੋਚਦੇ ਹਾਂ, ਸਮਾਜ ਨੂੰ ਚੰਗਾ ਹੋਣਾ ਚਾਹੀਦਾ। ਅਸੀਂ ਕੋਸ਼ਿਸ਼ ਵਿੱਚ ਲੱਗੀਏ ਤੇ ਕੁਝ ਨਾ ਕੁਝ ਹੋਏਗਾ, ਜ਼ਰੂਰ ਹੋਏਗਾ। ਅਸੀਂ ਕੀ ਕੋਸ਼ਿਸ਼ ਕਰਦੇ ਹਾਂ? ਜੋ ਸਾਡੇ ਅੰਦਰ ਬੀਜ ਹੈ ਵਿਚਾਰ ਦਾ, ਉਸ ਨੂੰ ਬੀਜਣ ਦੀ ਕੋਸ਼ਿਸ਼ ਕਰੀਏ। ਸੋ ਕਰਮ ਕੀ ਹੈ? ਕਰਮ ਦਾ ਆਰੰਭ ਸਾਡੇ ਮਨ ਤੋਂ ਹੋ ਜਾਂਦਾ, ਪੁਰਨੇ ਤੋਂ, ਸੰਕਲਪ ਤੋਂ। ਉਹ ਪ੍ਰੈਕਟਿਸ ਵਿੱਚ ਆਉਂਦਾ ਹੈ, ਅਭਿਆਸ ਵਿੱਚ ਆਉਂਦਾ ਹੈ। ਅਭਿਆਸ ਤੋਂ ਬਾਅਦ ਉਹ ਸਾਡੀ ਆਦਤ ਤੇ ਸੁਭਾਅ ਰਾਹੀਂ ਗੁਜ਼ਰਦਾ, ਸੰਸਕਾਰ ਬਣਦਾ ਹੈ। ਬਣੇ ਹੋਏ ਸੰਸਕਾਰਾਂ ਦੇ ਮੁਤਾਬਕ ਅਸੀਂ ਜੀਵਨ ਜਿਉਂਦੇ ਹਾਂ, ਉਹਨਾਂ ਦੇ ਅਧੀਨ, ਸੰਸਕਾਰ ਦੇ ਅਧੀਨ ਚੱਲਦੇ ਹਾਂ। ਯਾਨੀ ਕਿ ਪਹਿਲਾਂ ਜਿਵੇਂ ਕੋਈ ਚੀਜ਼ ਅਸੀਂ ਸ਼ੌਂਕ ਵਜੋਂ ਅਪਣਾਈ, ਫਿਰ ਉਹ ਸ਼ੌਂਕ ਇੰਨਾ ਪੱਕ ਗਿਆ, ਆਦਤ ਸੁਭਾਅ ਬਣਦਿਆਂ ਅਭਿਆਸ ਹੁੰਦਿਆਂ ਸੰਸਕਾਰ, ਹੁਣ ਅਸੀਂ ਉਹਦੇ ਗੁਲਾਮ ਹੋ ਗਏ। ਪਹਿਲਾਂ ਉਹ ਚੀਜ਼ ਸਾਡੀ ਮਰਜ਼ੀ ਨਾਲ ਸੀ, ਹੁਣ ਅਸੀਂ ਉਹਦੀ ਮਰਜ਼ੀ ਨਾਲ ਚੱਲਦੇ ਹਾਂ। ਇਸੇ ਤਰ੍ਹਾਂ ਪਹਿਲਾਂ ਅਸੀਂ ਵਿਚਾਰ ਸਾਡੇ ਅੰਦਰ ਉੱਠਿਆ, ਅਸੀਂ ਉਹਦੀ ਪ੍ਰੈਕਟਿਸ ਕੀਤੀ, ਅਸੀਂ ਉਹਨੂੰ ਵਰਤਿਆ, ਫਿਰ ਉਹਨੇ ਸਾਨੂੰ ਵਰਤਣਾ ਸਾਰੀ ਉਮਰ ਸ਼ੁਰੂ ਕੀਤਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਬਾਣੀ ਵਿੱਚ ਆਖਦੇ ਨੇ, ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ, ਹੇ ਮੇਰੇ ਵਾਹਿਗੁਰੂ ਹਰੀ, ਹੇ ਮੇਰੇ ਕਰਤੇ ਪ੍ਰੀਤਮ, ਮੇਰੀ ਗੱਲ ਸੁਣ, ਮੇਰੀ ਅਰਜ਼ੋਈ ਸੁਣ। ਕਿਰਤ ਕਰਮਾਂ, ਜੋ ਕੀਤੇ ਹੋਏ ਕਰਮ ਨੇ, ਪੁਰਬ ਕਮਾਇਆ, ਜੋ ਆਰੰਭ ਤੋਂ ਅਸੀਂ ਕਮਾਉਂਦੇ ਆ ਰਹੇ, ਭਾਵ ਜੋ ਸਾਡੇ ਸੰਸਕਾਰ ਬਣ ਗਏ ਹਨ, ਸਿਰ ਸਿਰ ਸੁਖ ਸਹਮਾ, ਉਹਨਾਂ ਬਣੇ ਸੰਸਕਾਰਾਂ ਤੇ ਕਰਮਾਂ ਮੁਤਾਬਕ ਅਸੀਂ ਸੁਖ ਤੇ ਸਹਮ, ਸਹਿਮ ਦਾ ਮਤਲਬ ਹੈ ਗਮ ਤੇ ਦੁੱਖ, ਉਹਨਾਂ ਬਣੇ ਸੰਸਕਾਰਾਂ ਮੁਤਾਬਕ ਅਸੀਂ ਸੁਖ ਹੰਡਾਉਂਦੇ ਹਾਂ, ਦੁੱਖ ਭੋਗਦੇ। ਸੁਖ ਤੇ ਦੁੱਖ ਸਾਡੇ ਸੰਸਕਾਰ ਕਰਮਾਂ ਦੀ ਦੇਣ ਹਨ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਦੇਹ ਸੋ ਤੂੰ ਭਲਾ। ਵਾਹ, हे ਅਕਾਲ ਪੁਰਖ ਵਾਹਿਗੁਰੂ, ਭਲਾ ਹੈ ਤੇਰਾ ਇਹ ਬਣਾਇਆ ਹੋਇਆ ਨਿਯਮ, ਜੋ ਤੂੰ ਕੀਤੇ ਕਰਮਾਂ ਤੇ ਸੰਸਕਾਰਾਂ ਮੁਤਾਬਕ ਜੀਵਾਂ ਨੂੰ ਸੁੱਖ ਵੰਡ ਰਿਹਾ ਹੈ, ਦੁੱਖ ਦੇ ਰਿਹਾ, ਤੂੰ ਨਿਯਮ ਬਣਾਇਆ। ਇੱਕ ਨਿਯਮ ਚੱਲ ਰਿਹਾ ਕੁਦਰਤ ਚ, ਨਿਯਮ ਕਿਹਨੇ ਘੜਿਆ? ਤੂੰ ਘੜਿਆ। ਇਸ ਕਰਕੇ ਸੁੱਖਾਂ ਤੇ ਦੁੱਖਾਂ ਦਾ ਮਾਲਕ ਵੀ ਤੂੰ ਹੀ ਹੈ। ਸੁੱਖ ਤੇ ਦੁੱਖ ਤੇਰੇ ਘੜੇ ਹੋਏ ਹਨ, ਤੇਰੇ ਇਸ ਕਰਕੇ ਘੜੇ ਨੇ ਵੀ ਇਹ ਸੁੱਖ ਤੇ ਦੁੱਖ ਨੂੰ ਹੰਡਾਉਣ ਦੀ ਜਿਹੜਾ ਬੇਸ ਹੈ ਉਹ ਸੰਸਕਾਰ ਹੈ, ਤੇ ਸੰਸਕਾਰਾਂ ਦਾ ਨਿਯਮ ਜਿਹੜਾ ਹੈ ਇਹ ਕੁਦਰਤ ਦੇ ਵਿੱਚ ਮੌਜੂਦ ਹੈ, ਤੇ ਕੁਦਰਤ ਦਾ ਕਰਤਾ ਕਾਰਨ ਹੈ। ਇਸ ਵਾਸਤੇ ਹਜ਼ੂਰ ਆਖਦੇ ਨੇ, ਹਰ ਰਚਨਾ ਤੇਰੀ ਕਿਆ ਗਤ ਮੇਰੀ। ਹੇ ਮੇਰੇ ਹਰੀ, ਮੇਰੇ ਪ੍ਰੀਤਮ, ਇਹ ਜਿਹੜੀ ਤੇਰੀ ਰਚਨਾ ਹੈ, ਇਹ ਜਿਹੜਾ ਤੇਰਾ ਰਚਿਆ ਹੋਇਆ ਸੰਸਾਰ ਹੈ, ਮੇਰਾ ਇਹਦੇ ਵਿੱਚ ਚਿੱਤ ਜੁੜ ਗਿਆ। ਮੈਂ ਤੇਰੀ ਰਚਨਾ ਦੇ ਵਿੱਚ ਰਹਿ ਕੇ ਲੋਭ ਕਮਾ ਰਿਹਾ, ਹਿਰਸ ਕਮਾ ਰਿਹਾ, ਈਰਖਾ ਕਮਾ ਰਿਹਾ, ਨਫ਼ਰਤ ਕਮਾ ਰਿਹਾ, ਵਿਕਾਰ ਕਮਾ ਰਿਹਾ, ਮੇਰਾ ਕੀ ਹਾਲ ਹੋਏਗਾ? ਕਿਆ ਗਤ ਮੇਰੀ, ਕੀ ਹਾਲ ਹੋਏਗਾ ਮੇਰਾ, ਜਿਸ ਹਿਸਾਬ ਦੇ ਨਾਲ ਮੈਂ ਚੱਲ ਰਿਹਾ, ਔਰ ਤੇਰੀ ਇਸ ਬਣਾਈ ਹੋਈ ਸੋਹਣੀ ਰਚਨਾ ਦੇ ਵਿੱਚ ਮੇਰੀ ਕੀ ਅਵਸਥਾ, ਮੇਰੀ ਕੀ ਗਤ ਹੋਏਗੀ? ਮੈਂ ਤਾਂ ਇਹ ਸੋਚ ਰਿਹਾ ਹਾਂ। ਜਿਸ ਨੂੰ ਮਹਾਰਾਜ ਬਾਣੀ ਦੇ ਵਿੱਚ ਆਖਦੇ ਨੇ ਵੀ ਅਸੀਂ ਬਹੁਤ ਘੱਟ ਆਪਣੇ ਹਸ਼ਰ ਬਾਰੇ ਚਿੰਤਾ ਕਰਦੇ ਹਾਂ। ਹਸ਼ਰ ਕਹਿੰਦੇ ਹਨ ਜੋ ਨਿਚੋੜ ਨਿਕਲਣਾ ਹੈ, ਓੜਕ ਨੂੰ ਜੋ ਸਾਨੂੰ ਸਹਿਣਾ, ਭੋਗਣਾ, ਮੰਨਣਾ, ਹੰਡਾਉਣਾ ਪੈਣਾ, ਨਹੀਂ ਜ਼ਿਕਰ ਹੋ ਰਿਹਾ ਉਸ ਦਾ। ਹਸ਼ਰ ਤੋਂ ਚਿੰਤਤ ਨਹੀਂ ਹਾਂ ਅਸੀਂ। ਜਿਹੜੇ ਲੋਕ ਆਪਣੇ ਹਸ਼ਰ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਨ, ਉਹ ਹੁਣ ਤੋਂ ਹੀ ਆਪਣੇ ਕਦਮ ਸਹੀ ਰਾਹ ਤੇ ਪਾ ਲੈਂਦੇ ਹਨ। ਪਰ ਜਿਹੜੇ ਹਸ਼ਰ ਨੂੰ ਭੁੱਲਣ ਦੇ ਅੰਦਰ ਹਮੇਸ਼ਾ ਹੀ ਤਾਕ ਰੱਖਦੇ ਨੇ,
ਉਹ ਆਪਣੇ ਕਦਮ ਉਸੇ ਰਾਹ ਤੇ ਹੀ ਖੜਦੇ ਨੇ ਜਿਸ ਪਾਸੇ ਉਹਨਾਂ ਦਾ ਮਨ ਚਾਹੁੰਦਾ। ਉਹ ਰਸਤੇ ਨਹੀਂ ਬਦਲਦੇ, ਉਲਝੇ ਰਹਿੰਦੇ ਹਨ ਸਾਰੀ ਉਮਰ। ਤੋ ਗਰੀਬ ਨਵਾਜ ਕਹਿੰਦੇ ਨੇ ਹਰ ਬਿਨ ਘੜੀ ਨਾ ਜੀਵਾਂ, ਇਹ ਮੇਰੇ ਹਰੀ ਮੈਂ ਤੈਥੋਂ ਬਿਨਾ ਇੱਕ ਘੜੀ ਵੀ ਜੀ ਨਹੀਂ ਸਕਦਾ, ਤੈਥੋਂ ਬਿਨਾ ਰਹਿ ਨਹੀਂ ਸਕਦਾ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜਿਵੇਂ ਮੱਛੀ ਦਾ ਪਾਣੀ ਤੋਂ ਬਿਨਾ ਜੀਵਨ ਨਹੀਂ, ਤੇਰੀ ਯਾਦ ਤੇਰੇ ਗੁਣਾਂ ਤੋਂ ਬਿਨਾ ਮੇਰਾ ਆਤਮਕ ਮਾਨਸਿਕ ਜੀਵਨ ਸੰਭਵ ਨਹੀਂ। ਕਿਵੇਂ ਜੀਵਾਂ ਤੇਰੇ ਤੋਂ ਬਿਨਾ? ਇਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਕਿਹਾ ਗਿਆ ਹੈ, हे ਕਰਤੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਵੈਸੇ ਚਲੋ ਅਸੀਂ ਕਾਲੇ ਪੈਂਦੇ ਹਾਂ ਕਈ ਗੱਲਾਂ ਉੱਤੇ। ਧਿਆਨ ਬੜੀ ਵੱਡੀ ਸ਼ਕਤੀ ਹੈ, ਇਕਾਗਰਤਾ ਬੜੀ ਵੱਡੀ ਤਾਕਤ ਹੈ। ਬਾਣੀ ਦੇ ਇੱਕ ਸ਼ਬਦ ਨੂੰ ਬੜੇ ਧਿਆਨ ਪੂਰਵਕ ਇਕਾਗਰਤਾ ਸਹਿਤ ਸਹਿਜ ਨਾਲ ਮਨ ਦੇ ਪੱਧਰ ਉੱਤੇ ਜਾਣਨ ਤੇ ਪੜ੍ਹਨ ਦੀ ਕੋਸ਼ਿਸ਼ ਕਰੀਏ। ਇੱਕ ਸ਼ਬਦ ਸਾਡੇ ਅੰਦਰ ਨੂੰ ਧੂ ਪਾਉਂਦਾ ਹੈ, ਖਿੱਚ ਪਾਉਂਦਾ ਹੈ। ਤੁਸੀਂ ਇਹ ਪੰਕਤੀ ਹੀ ਪੜ੍ਹ ਲਓ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਨਾ ਤੇ ਮਿਟਦੀ ਹੈ ਤੇ ਨਾ ਸ਼ਾਂਤੀ ਆਉਂਦੀ। ਤੇ ਮਿਟੇ ਤੇ ਸ਼ਾਂਤੀ ਆਵੇ, ਤੇ ਲੱਗੀ ਹੋਈ ਹੈ, ਵਿਰਲਾਪ ਕਰ ਰਿਹਾ ਹੈ ਮਨ, ਚਾਹੁੰਦਾ ਹੈ ਪਿਆਸ ਬੁਝ ਜਾਏ। ਇੱਕ ਐਸੀ ਖਿੱਚ ਦੀ ਗੱਲ ਮੇਰੇ ਗੁਰੂਦੇਵ ਨੇ ਬਾਣੀ ਦੇ ਵਿੱਚ ਕਹੀ ਹੈ, ਜਿਸ ਨੂੰ ਸ਼ਾਇਦ ਬਹੁਤੀ ਲੰਬੀ ਵਿਆਖਿਆ ਦੀ ਲੋੜ ਨਹੀਂ ਪਏਗੀ ਜੇ ਅਸੀਂ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਇਹਦੀ ਕੀ ਵਿਆਖਿਆ ਹੋ ਸਕਦੀ? ਸ਼ਬਦਾਂ ਨੂੰ ਸ਼ਬਦਾਂ ਦੇ ਨਾਲ ਅਸੀਂ ਸਮਝਾ ਸਕਦੇ ਹਾਂ ਇੱਕ ਦੂਸਰੇ ਨੂੰ, ਪਰ ਇਸ ਖਿੱਚ ਦੀ, ਇਸ ਤਾਂਘ ਦੀ, ਇਸ ਪਿਆਸ ਦੀ ਕੀ ਵਿਆਖਿਆ ਹੋ ਸਕਦੀ ਹੈ? ਤੁਸੀਂ ਸੋਚ ਕੇ ਵੇਖੋ, ਕੀ ਕਿਹਾ ਜਾ ਸਕਦਾ ਇਸ ਤਾਂਘ ਬਾਰੇ? ਇਸੇ ਨੂੰ ਮੇਰੇ ਗੁਰੂਦੇਵ ਆਪਣੀ ਮੁਬਾਰਕ ਬਾਣੀ ਦੇ ਵਿੱਚ ਆਖਦੇ ਹਨ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਇੱਕ ਐਸੀ ਤਾਂਘ ਦੀ ਸਤਿਗੁਰੂ ਨੇ ਬਾਣੀ ਦੇ ਵਿੱਚ ਜ਼ਿਕਰ। ਵੇਖੋ ਕਬੀਰ ਸਾਹਿਬ ਕਹਿੰਦੇ ਨੇ, ਮੈਂ ਔਂਸੀਆਂ ਪਾ ਰਿਹਾ ਹਾਂ, ਕਾਂ ਬਨੇਰੇ ਉੱਤੇ ਬੋਲਦੇ ਨੇ, ਕਾਵਾਂ ਨੂੰ ਉਡਾਇਆ ਜਾਂਦਾ ਹੈ। ਬਜ਼ੁਰਗ ਮਾਈਆਂ ਦਾ ਇਹ ਟੋਟਕਾ ਸੀ, ਕਿਸੇ ਪ੍ਰਾਹੁਣੇ ਦੀ ਆਮਦ ਹੋਏਗੀ, ਕਾਂ ਬਨੇਰੇ ਉੱਤੇ ਬੋਲਦਾ ਹੈ। ਇੱਕ ਆਸਵੰਦ ਹੋ ਜਾਣਾ, ਕੋਈ ਜ਼ਰੂਰੀ ਨਹੀਂ ਵੀ ਕਾਂ ਆਇਆ ਤੇ ਪ੍ਰਾਹੁਣਾ ਵੀ ਆਵੇ। ਇੱਕ ਆਸਵੰਦ ਹੋ ਜਾਣਾ। ਮਸਲਾ ਹੁੰਦਾ ਸੀ ਵੀ ਮਨ 'ਚ ਇੱਕ ਆਸ ਜਿਹੀ ਲਿਲਕ ਜਿਹੀ ਲੱਗ ਜਾਣੀ ਵੀ ਖੌਰੇ ਗੱਲ ਕਿਤੇ ਸਾਚੀ ਨਾ ਨਿਕਲੇ, ਕਾਂ ਬੋਲਿਆ ਬਨੇਰੇ ਤੇ ਕੋਈ ਪ੍ਰਾਹੁਣਾ ਹੀ ਨਾ ਆ ਜਾਏ। ਹਾਲਾਂਕਿ ਕਾਂ ਦਾ ਤੇ ਪ੍ਰਾਹੁਣੇ ਦਾ ਕੋਈ ਸੰਬੰਧ ਨਹੀਂ ਆਪਸ ਵਿੱਚ, ਇਸ ਗੱਲ ਨੂੰ ਜਾਣਨਾ। ਪਰ ਕੁਝ ਖਿਆਲ ਬਣ ਜਾਂਦੇ ਹਨ, ਕੁਝ ਯਕੀਨ ਲੋਕ ਬਣਾ ਲੈਂਦੇ ਹਨ, ਕੁਝ ਵਿਸ਼ਵਾਸ ਲੋਕਾਂ ਦੇ ਮਨਾਂ 'ਚ ਘਰ ਕਰ ਜਾਂਦੇ ਨੇ। ਕਿਤੇ ਇੱਕ ਦੋ ਜਗ੍ਹਾ ਵਾਰ ਉਹ ਗੱਲ ਸੱਚੀ ਹੋ ਗਈ, ਉਹੀ ਦਿਮਾਗ 'ਚ ਬੈਠ ਜਾਣੀ ਹੈ। ਬਾਕੀ ਭਾਵੇਂ 35 ਵਾਰ ਕਾਂ ਬਨੇਰੇ ਉੱਤੇ ਬੋਲਿਆ, ਕੋਈ ਪ੍ਰਾਹੁਣਾ ਨਹੀਂ ਆਇਆ, ਉਹ ਨਹੀਂ ਦਿਮਾਗ 'ਚ ਬੈਠੀ। ਕਿਤੇ 2 ਵਾਰ ਇਸ ਤਰ੍ਹਾਂ ਵਾਪਰ ਗਿਆ ਨਾ, ਹੁਣ ਕਾਂ ਦਾ ਆਉਣਾ ਆਪਣੇ ਹਿਸਾਬ ਨਾਲ ਹੈ ਵੀ ਘਰ ਦੇ ਵਿੱਚ ਰੋਟੀ ਪਾਣੀ ਹੁੰਦਾ ਹੈ ਤੇ ਕਾਂ ਨੇ ਵੇਖਣਾ ਵੀ ਮੇਰਾ ਦਾਅ ਲੱਗੇ, ਮੈਂ ਆਟੇ ਨੂੰ ਚੁੰਝ ਮਾਰਾਂ, ਕੋਈ ਖਾਣ ਪੀਣ ਲਈ ਮਿਲ ਜਾਏ, ਕਿਉਂਕਿ ਉੱਥੇ ਘਰ ਹੈ ਤੇ ਅੰਨ ਹੈ, ਅਨਾਜ ਹੈ, ਰੋਟੀ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ, ਬੱਚੇ ਖਾਂਦੇ ਖਾਂਦੇ ਇੱਧਰ ਉੱਧਰ ਖਲਾਰਾ ਪਾਉਂਦੇ ਨੇ। ਇਹੋ ਜਿਹੀ ਜਗ੍ਹਾ ਕਾਂ ਆਪਣਾ ਵੱਤਰ ਲਾਉਣ ਆਉਂਦਾ, ਆਪਣਾ ਸਵਾਰਥ ਪੂਰਾ ਕਰਨ, ਖਾਣ ਵਾਸਤੇ ਵੀ ਕੁਝ ਮਿਲ ਜਾਏ। ਉਹ ਤਾਂ ਆਇਆ ਵਿਚਾਰਾ ਆਪਣੇ ਹਿਸਾਬ ਨਾਲ, ਤੁਹਾਨੂੰ ਸੁਨੇਹਾ ਦੇਣ ਥੋੜੀ ਆਇਆ ਵੀ ਪ੍ਰਾਹੁਣਾ ਆ ਰਿਹਾ। 35 ਉਹਨੇ ਤਾਂ ਰੋਜ਼ ਹੀ ਆਉਣਾ ਹੈ, ਪਰ ਕਿਸੇ ਦਿਨ ਉਹ ਜ਼ਿਆਦਾ ਬੋਲ ਰਿਹਾ ਹੈ, ਉੱਚੀ ਉੱਚੀ ਕੂਕ ਰਿਹਾ, ਮਨ ਨੂੰ ਆਪਣੇ ਨਾਲ ਦੇ ਸਾਥੀਆਂ ਨੂੰ ਕਹਿ ਰਿਹਾ ਵੀ ਆ ਜਾਓ, ਤੁਸੀਂ ਵੀ ਆ ਜਾਓ, ਜਾਓ ਤੇ ਆਵਾਜ਼ਾਂ ਦੇਣ ਦਾ ਕੋਈ ਹੋਰ ਕਾਰਨ ਕੁਝ ਵੀ ਹੋ ਸਕਦਾ ਹੈ। ਪਰ ਕਿਤੇ 2 ਵਾਰ ਵੀ ਉਹ ਬਨੇਰੇ ਤੇ ਬੋਲਿਆ ਤੇ ਪ੍ਰਾਹੁਣਾ ਆ ਗਿਆ ਤੇ ਦਿਮਾਗ 'ਚ ਗੱਲ ਬੈਠ ਜਾਣੀ ਹੈ ਵੀ ਸ਼ਾਇਦ ਵੇਖਿਆ ਕਾਂ ਬੋਲਿਆ ਤਾਂ ਪ੍ਰਾਹੁਣਾ ਆਇਆ। ਯਕੀਨ ਜਿਹਾ ਵੱਜ ਗਿਆ ਇੱਕ ਮਨ ਅੰਦਰ। ਅੱਜ ਜਦੋਂ ਕਾਂ ਬੋਲਿਆ ਬਨੇਰੇ ਉੱਤੇ, ਐਵੇਂ ਮਨ 'ਚ ਆਸ ਜੀ ਵੱਜ ਗਈ ਵੀ ਖੌਰੇ ਕੋਈ ਆਏਗਾ, ਭਾਵੇਂ ਨਾ ਹੀ ਆਵੇ ਕੋਈ। ਸਾਰਾ ਦਿਨ ਉਤਸ਼ਾਹ ਜਿਹਾ ਬਣਿਆ ਰਿਹਾ ਵੀ ਅੱਜ ਕਿਸੇ ਨਾ ਕਿਸੇ ਆ ਜਾਣਾ। ਆਸ ਵਿੱਚ ਹੀ ਸਾਰਾ ਦਿਨ ਲੰਘ ਜਾਂਦਾ, ਸਾਰਾ ਦਿਨ। ਵੇਖੋ ਇਹ ਮਨੁੱਖੀ ਮਾਨਸਿਕਤਾ, ਇਹ ਵੀ ਬੰਦਾ ਹੰਡਾਉਂਦਾ ਹੈ, ਔਰ ਸਾਡੇ ਕਲਚਰ ਵਿੱਚ ਆਪਾਂ ਸ਼ਾਇਦ ਬਹੁਤ ਵਾਰ ਹੰਡਾਈ ਹੋਵੇ। ਪਰ ਇੱਥੇ ਹੁਣ ਕਬੀਰ ਸਾਹਿਬ ਕਿਹਨੂੰ ਕਹਿੰਦੇ ਨੇ? ਕਾਲੇ ਕਾਮੋਂ ਉੱਡ ਜਾਓ, ਉੱਡ ਜਾਓ, ਤੁਸੀਂ ਨਾ ਬਹੁਤਾ ਬੋਲੋ,
मैं अपने प्यारे नूं मिलना है। उडो ना कागा कारे बेग मिली जय। शब्द कितों शुरू किया? कहते पंथ निहारै कामनी। पत्नी घर दे विच बैठी बार बार बरूआं वल ते बाहर राह वल वेंदी है। बड़े चिरां तो उसका पति घर नहीं आया। एक प्रतीक वरत्या जा रहा है। बड़े चिरां तो उसका पति घर नहीं आया। वो दरवाजे दियां बरूआं वल तकदी है, बाहर राह वल जिहड़ा घर नूं राह आउंदा उस वल तकदी है। पंथ रस्ता। पंथ निहारै, निहारना वेखना ते निहारना। मिठे ढंग नाल किसी चीज़ नूं तकना नूं निहारना कहंदे। मैं कई बार सोचना कुछ शब्द साडी बोली च इहो जिहे ने जिन्हां नूं ट्रांसलेट कीता ही नहीं जा सकदा। तुसीं मिठे नूं स्वीट कह लो, मिठड़े नूं की आखोगे? तुसीं सिख नूं तां कह लओगे भी ये स्टूडेंट जो भी ना दे लो, सिखड़े नूं की आखोगे? जो दिसै गुर सिखड़ा, अम अब्बे थामो मिठड़ा, गुसाई महिंडा इठड़ा। हुण इठड़े का की अर्थ कढोगे तुसीं? कुछ चीज़ां ने जे असीं वो ये चीज़ां जे असीं गांह तोड़ दईए ना ते साडी औलाद भी इहदा स्वाद माणेगी, पर असीं उन्हां तो खो लिया। माफ करना, खो लिया उन्हां कोलों। ये वो चीज़ खो ली है जिहदा स्वाद वो सारी उम्र नहीं लै सकणगे, भावें जिन्नियां मर्जी डिक्शनरियां खोल लैण, ये अर्थ नहीं निकलने किते किते नहीं निकलने। वेखण दा मतलब तुसीं अंग्रेजी च कढ लो, वेखना की हुंदा, वाच करो। पर सवाल है भी तुसी निहारे दा अर्थ कित्थों कढो? निहारे दा कढ के विखाओ किसी भी इहो जी ट्रांसलेट दे विचों, तुसी ट्रांसलेशन दे विचों निहारना। ये लफ्ज़ ही वखरा है। बड़े मिठे ढंग नाल आस नाल बरूआं वल राह वल तकना, उहनूं निहारना कहंदे ने। निहारिया ਉਹਦੇ ਪਿੱਛੇ ਉਹ ਵੀ ਵੇਖਣਾ ਹੀ ਹੈ, ਪਰ ਉਹਦੇ ਪਿੱਛੇ ਕੁਝ ਹੋਰ ਭਾਵਨਾਵਾਂ ਜੁੜੀਆਂ ਹੋਈਆਂ ਨੇ। ਇਹਨੂੰ ਉਹ ਜਿਹੜੀ ਭਾਵਨਾਤਮਕ ਪੱਧਰ ਉੱਤੇ ਜਿਹੜੀ ਗੱਲ ਹੋ ਰਹੀ ਹੈ ਉਹਨੂੰ ਟਰਾਂਸਲੇਟ ਕੋਈ ਨਹੀਂ ਕਰ ਸਕਦਾ। ਇਹ ਤੁਹਾਨੂੰ ਇਹ ਰਸ ਹੈ ਭਾਸ਼ਾ ਦਾ। ਇਹ ਰਸ ਕਿਸੇ ਹੋਰ ਪਿਆਲੇ 'ਚ ਨਹੀਂ ਪੈ ਸਕਦਾ। ਇਹਦੀ ਵੱਡੀ ਗੱਲ ਇਹ ਹੈ, ਕਹਿੰਦੇ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ। ਹੁਣ ਉਸਾਸਾ ਦੀ ਟਰਾਂਸਲੇਟ ਕਰੋ। ਉਸਾਸਾ, लोचन भरी ले उसासा, और ना भीजै पग ना खिसै, हर दर्शन की आसा। उडो ना कागा कारे बेग मिली जाए अपने राम प्यारे। ये है वो खिच जिहड़ी उस करते दे प्रति। तो हजूर महाराज कहते ने प्रे बाज दोहेली कोए ना बेली। हे प्रे मेरे प्यारे प्रीतम, तेरे तो बिना मैं दुखी हाँ। तेरे तो बिना मेरे जीवन च दुख ही दुख ने, तकलीफ ही तकलीफ है। सुख ना ही रे हर भगत बिना। तेरे तो बिना मेरा जीवन दुखा नाल भरिया पिया है। प्रे बाज दोहेली कोई ना बेली, ते मेरा कोई बेली नहीं जेड़ा मेरा ये दुख दूर करे। इकल्ली ये जिंद तड़प रही है। गुरमुख अमृत पीवा, रहमत कर मैं गुरु दे राही तेरे नाम दा अमृत पीवा, ते ये दुख तो मुक्त हो जावां। गुरु दे राही तेरी सित सलाह, तेरे नाम ते गुणा दा अमृत प्याला पी लवां। रचना राच रहे निरंकारी, हे निराकार मेरे अकाल पुरख जी, ये जेड़ी तू रचना रची हुई है, असी तेरी इस रचना विच जुड़ गए। हे रचनहार तैनूं भुल गए, तेरी रचना विच रच गए, पर हे निराकार तेरी तैनूं रचनहार नूं असी भुला दिता।